ਹੈਲੋ ਫਰੈਂਡਸ, ਗਿਲਜ਼ ਮੈਂਟੋਰ ਈ ਲਰਨਿੰਗ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ। अब 28 ਨਵੰਬਰ ਹੈ ਤੇ ਆਪਾਂ ਰੈਡੀ ਹਾਂ ਆਪਣੇ ਕਰੰਟ ਅਫੇਅਰਸ ਸੈਸ਼ਨ ਦੇ ਨਾਲ। ਕਰੰਟ ਅਫੇਅਰਸ ਸੈਸ਼ਨ ਜੋ ਕਿ ਇੰਪੋਰਟੈਂਟ ਹੋਏਗਾ ਡਿਫਰੈਂਟ ਐਗਜ਼ਾਮਸ, ਪੰਜਾਬ ਪਟਵਾਰੀ, ਪੀਪੀਐਸਸੀ, ਪੀਸੀਐਸ, ਐਸਐਸਸੀ ਸੀਜੀਐਲ, ਸੀਐਚਐਸਐਲ ਔਰ ਬੈਂਕਿੰਗ ਐਗਜ਼ਾਮਸ ਦੇ ਲਈ। ਆਪਾਂ ਸਟਾਰਟ ਕਰਾਂਗੇ ਸੈਸ਼ਨ। ਸਭ ਤੋਂ ਪਹਿਲੇ ਸੈਸ਼ਨ ਨੂੰ ਸ਼ੇਅਰ ਕਰਨਾ ਸਟਾਰਟ ਕਰ ਦਿਓ, ਜਿੱਥੇ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ, ਵਟਸਐਪ, ਟੈਲੀਗ੍ਰਾਮ, ਫੇਸਬੁੱਕ, ਜਿੱਥੇ ਵੀ ਤੁਸੀਂ ਆਪਣੇ ਫਰੈਂਡਸ ਦੇ ਨਾਲ ਜੁੜੇ ਹੋਏ ਹੋ ਸੈਸ਼ਨ ਨੂੰ ਸ਼ੇਅਰ ਕਰਨਾ ਸਟਾਰਟ ਕਰ ਦਿਓ। IBPS, RRB, JEE ਪੰਜਾਬ, ਪੰਜਾਬ ਪੁਲਿਸ, SI ਔਰ ਪਟਵਾਰੀ ਦੇ ਲਈ ਬੈਚਿਸ ਲਾਂਚ ਕੀਤੇ ਜਾ ਚੁੱਕੇ ਨੇ। ਅਗਰ ਤੁਸੀਂ ਚਾਹੋ ਤਾਂ ਐਨਰੋਲ ਕਰਵਾ ਸਕਦੇ ਹੋ। ਇਸ ਤੋਂ ਇਲਾਵਾ ਹੋਰ ਵੀ ਡਿਫਰੈਂਟ ਬੈਚਿਸ ਲਾਂਚ ਕੀਤੇ ਗਏ ਨੇ। ਕੋਆਪਰੇਟਿਵ ਐਗਜ਼ਾਮ ਦੇ ਲਈ ਬੈਚ ਲਾਂਚ ਕੀਤਾ ਗਿਆ, ਪੰਜਾਬ ਪੁਲਿਸ ਦੇ ਲਈ ਲਾਂਚ ਕੀਤਾ ਗਿਆ। ਡਿਫਰੈਂਟ ਬੈਚਿਸ ਲਾਂਚ ਕੀਤੇ ਗਏ ਨੇ। ਤੁਸੀਂ ਚਾਹੋ ਤਾਂ ਕਿਸੇ ਵੀ ਤਰੀਕੇ ਦੇ ਬੈਚ ਦੇ ਵਿੱਚ ਐਨਰੋਲ ਕਰਵਾ ਸਕਦੇ ਹੋ ਜਾਂ ਫਿਰ ਮੌਕ ਟੈਸਟ ਸੀਰੀਜ਼ ਬਾਏ ਕਰ ਸਕਦੇ ਹੋ। ਬਾਏ ਕਰਨ ਦੇ ਲਈ ਸਿੰਪਲੀ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ। ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਇਸ ਤੋਂ ਇਲਾਵਾ ਵੀਡੀਓਜ਼ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਰਹੋ। ਆਪਾਂ ਸਟਾਰਟ ਕਰਾਂਗੇ ਸੈਸ਼ਨ। ਸਭ ਤੋਂ ਪਹਿਲੇ ਸੈਸ਼ਨ ਦੇ ਵਿੱਚ ਆਪਾਂ ਉਹਨਾਂ ਨਿਊਜ਼ ਨੂੰ ਡਿਸਕਸ ਕਰਦੇ ਹੁੰਦੇ ਆ ਜਿਨ੍ਹਾਂ ਨੂੰ ਕੱਲ ਆਪਾਂ MCQ ਫਾਰਮ ਦੇ ਵਿੱਚ ਡਿਸਕਸ ਕੀਤਾ ਸੀ। ਉਹਨਾਂ ਦੀ ਰਿਵੀਜ਼ਨ ਕਰਾਂਗੇ। ਉਸ ਤੋਂ ਬਾਅਦ ਚੱਲਾਂਗੇ ਅੱਜ ਦੀ ਮੋਸਟ ਇੰਪੋਰਟੈਂਟ ਨਿਊਜ਼ ਨੂੰ MCQ ਫਾਰਮ ਦੇ ਵਿੱਚ ਹੀ ਡਿਸਕਸ ਕਰਾਂਗੇ। ਪਲੱਸ ਸਟੈਟਿਕ ਫੈਕਟਸ ਦੇਖਦੇ ਚੱਲਾਂਗੇ, ਪਲੱਸ ਕੁਝ ਪੁਰਾਣੀ ਨਿਊਜ਼ ਨੂੰ ਵੀ ਇੰਟਰਲਿੰਕ ਕਰਦੇ ਚੱਲਾਂਗੇ। ਸੈਸ਼ਨ ਨੂੰ ਲਾਈਕ ਔਰ ਸ਼ੇਅਰ ਕਰ ਦਿਓ। ਆਪਾਂ ਸਟਾਰਟ ਕਰਦੇ ਹਾਂ ਸੈਸ਼ਨ। ਸਭ ਤੋਂ ਪਹਿਲੇ ਨੈਸ਼ਨਲ ਮਿਲਕ ਡੇ। ਨੈਸ਼ਨਲ ਮਿਲਕ ਡੇ ਓਬਜ਼ਰਵ ਕੀਤਾ ਗਿਆ 26 ਨਵੰਬਰ ਨੂੰ। 26 ਨਵੰਬਰ ਨੂੰ ਨੈਸ਼ਨਲ ਮਿਲਕ ਡੇ ਓਬਜ਼ਰਵ ਕੀਤਾ ਗਿਆ। ਬੇਸਿਕਲੀ ਇਹ ਬਰਥ ਐਨੀਵਰਸਰੀ ਹੈ ਡਾਕਟਰ ਵਰਗੇਸੀ ਕੁਰੀਅਨ ਦੀ। ਡਾਕਟਰ ਵਰਗੇਸੀ ਕੁਰੀਅਨ, ਜਿਨ੍ਹਾਂ ਨੂੰ ਫਾਦਰ ਆਫ ਇੰਡੀਆਜ਼ ਵਾਈਟ ਰੈਵੋਲੂਸ਼ਨ ਕਿਹਾ ਜਾਂਦਾ ਹੈ। ਇੰਡੀਆਜ਼ ਵਾਈਟ ਰੈਵੋਲੂਸ਼ਨ ਦੇ ਫਾਦਰ ਕਹੇ ਜਾਂਦੇ ਨੇ ਡਾਕਟਰ ਵਰਗੇਸੀ ਕੁਰੀਅਨ। ਠੀਕ ਹੈ ਜੀ। ਇਹਨਾਂ ਦੀ ਬਰਥ ਐਨੀਵਰਸਰੀ ਨੂੰ ਓਬਜ਼ਰਵ ਕਰਨ ਦੇ ਲਈ ਨੈਸ਼ਨਲ ਮਿਲਕ ਡੇ। ਵਾਈਟ ਰੈਵੋਲੂਸ਼ਨ ਕਿਸ ਦੇ ਨਾਲ ਜੁੜੀ ਹੈ? ਮਿਲਕ ਦੇ ਨਾਲ। ਫਲੱਡ, ਆਪਰੇਸ਼ਨ ਫਲੱਡ ਕਿਸ ਦੇ ਨਾਲ ਜੁੜਿਆ ਹੈ? ਮਿਲਕ ਦੇ ਨਾਲ। ਯਾਦ ਰੱਖਣਾ। ਇਸ ਤੋਂ ਇਲਾਵਾ ਯਾਦ ਰੱਖਣਾ ਇੰਟਰਨੈਸ਼ਨਲ ਮਿਲਕ ਡੇ ਹੈ ਜਿਹੜਾ ਉਹ 1 ਜੂਨ ਨੂੰ ਓਬਜ਼ਰਵ ਕੀਤਾ ਜਾਂਦਾ ਹੈ। ਇਜ਼ਰਾਈਲੀ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੈਤਨਯਾਹੂ, ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੈਤਨਯਾਹੂ ਔਰ ਆਬੂ ਧਾਬੀ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਜ਼ਯਾਦ ਅਲ ਨਯਮ ਦੋਨਾਂ ਨੂੰ ਨੋਮੀਨੇਟ ਕੀਤਾ ਗਿਆ ਨੋਬਲ ਪੀਸ ਪ੍ਰਾਈਜ਼ ਦੇ ਲਈ। ਨੋਬਲ ਪੀਸ ਪ੍ਰਾਈਜ਼ ਦੇ ਲਈ ਨੋਮੀਨੇਟ ਕੀਤਾ ਗਿਆ। ਇਸ ਤੋਂ ਇਲਾਵਾ ਡੋਨਲਡ ਟਰੰਪ ਦਾ ਨਾਮ ਯਾਦ ਰੱਖਣਾ। ਡੋਨਲਡ ਟਰੰਪ ਨੂੰ ਵੀ ਨੋਮੀਨੇਟ ਕੀਤਾ ਗਿਆ ਨੋਬਲ ਪੀਸ ਪ੍ਰਾਈਜ਼ ਦੇ ਲਈ। 10th ਐਡੀਸ਼ਨ ਆਫ ਨੈਸ਼ਨਲ ਸਾਇੰਸ ਫਿਲਮ ਫੈਸਟੀਵਲ। 10th ਐਡੀਸ਼ਨ ਆਫ ਨੈਸ਼ਨਲ ਸਾਇੰਸ ਫਿਲਮ ਫੈਸਟੀਵਲ ਹੈ ਜਿਹੜਾ ਆਰਗੇਨਾਈਜ਼ ਕੀਤਾ ਗਿਆ ਵਰਚੁਅਲ ਫਾਰਮ ਦੇ ਵਿੱਚ, ਜਿਸ ਨੂੰ ਤ੍ਰਿਪੁਰਾ ਦੇ ਵਿੱਚ ਆਰਗੇਨਾਈਜ਼ ਕੀਤਾ ਜਾਣਾ ਸੀ। COVID-19 ਦੇ ਕਾਰਨ ਇਸ ਨੂੰ ਵਰਚੁਅਲ ਫਾਰਮ ਦੇ ਵਿੱਚ ਆਰਗੇਨਾਈਜ਼ ਕੀਤਾ ਗਿਆ। ਇੰਡੀਅਨ ਮੂਵੀ ਜਲੀਕੱਟੂ। ਇੰਡੀਅਨ ਮੂਵੀ ਜਲੀਕੱਟੂ ਇੱਕ ਮੂਵੀ ਹੈ ਇੰਡੀਆ ਦੀ, ਜਿਸ ਨੂੰ ਨੋਮੀਨੇਟ ਕੀਤਾ ਗਿਆ 93rd ਐਡੀਸ਼ਨ ਆਫ ਆਸਕਰ ਅਵਾਰਡ ਦੇ ਲਈ। ਆਸਕਰ ਦੇ ਲਈ ਨੋਮੀਨੇਟ ਕੀਤਾ ਗਿਆ 93rd ਐਡੀਸ਼ਨ ਦੇ ਲਈ। ਠੀਕ ਹੈ ਜੀ। ਇਸ ਤੋਂ ਇਲਾਵਾ ਯਾਦ ਰੱਖਣਾ ਇਸ ਮੂਵੀ ਦਾ ਡਾਇਰੈਕਟਰ ਕੌਣ ਨੇ? ਇਸ ਮੂਵੀ ਦੇ ਡਾਇਰੈਕਟਰ ਨੇ ਲੀਜੋ ਜੋਸ ਪੈਲਿਸਰੀ। ਲੀਜੋ ਜੋਸ ਪੈਲਿਸਰੀ। ਨੈਕਸਟ ਹੈ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੁਆਰਾ ਬੁੱਕ ਰਿਲੀਜ਼ ਕੀਤੀ ਗਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਲਾਈਫ ਦੇ ਉੱਤੇ, ਜਿਸ ਨੂੰ ਲਿਖਿਆ ਗਿਆ ਕਿਰਪਾਲ ਸਿੰਘ ਦੁਆਰਾ। ਆਥਰ ਕੌਣ ਨੇ? ਕਿਰਪਾਲ ਸਿੰਘ। ਕੈਬਨਿਟ ਦੁਆਰਾ ਮਰਜਰ ਅਨਾਊਂਸ ਕੀਤਾ ਗਿਆ ਲక్ష్ਮੀ ਵਿਲਾਸ ਬੈਂਕ ਦਾ DBS ਬੈਂਕ ਦੇ ਨਾਲ। DBS ਬੈਂਕ ਇੰਡੀਆ ਲਿਮਿਟਿਡ ਦੇ ਨਾਲ ਲక్ష్ਮੀ ਵਿਲਾਸ ਬੈਂਕ ਦਾ ਮਰਜਰ ਅਨਾਊਂਸ ਕੀਤਾ ਗਿਆ। ਲక్ష్ਮੀ ਵਿਲਾਸ ਬੈਂਕ ਦਾ ਹੈੱਡਕੁਆਟਰ ਇੰਪੋਰਟੈਂਟ ਬਣੇਗਾ, ਚੇਨਈ ਦੇ ਵਿੱਚ ਹੈੱਡਕੁਆਟਰ ਹੈ। 1926 ਦੇ ਵਿੱਚ ਇਸ ਨੂੰ ਬਣਾਇਆ ਗਿਆ। ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਮਿਨਿਸਟਰ। ਇਲੈਕਟ੍ਰੋਨਿਕਸ ਮਿਨਿਸਟਰੀ ਔਰ ਕਮਿਊਨੀਕੇਸ਼ਨ ਮਿਨਿਸਟਰੀ ਕਿਸ ਦੇ ਲਵੇ ਹੈ? ਰਵੀ ਸ਼ੰਕਰ ਪ੍ਰਸਾਦ ਦੇ ਲਵੇ। ਤੇ ਰਵੀ ਸ਼ੰਕਰ ਪ੍ਰਸਾਦ ਨੇ ਕੀ ਲਾਂਚ ਕੀਤਾ? ਉਮੰਗ ਅਵਾਰਡਸ ਲਾਂਚ ਕੀਤੇ। ਇਸ ਤੋਂ ਪਹਿਲੇ ਆਪਾਂ ਡਿਸਕਸ ਕੀਤਾ ਸੀ ਉਮੰਗ ਦਾ ਇੰਟਰਨੈਸ਼ਨਲ ਵਰਜ਼ਨ ਵੀ ਇਹਨਾਂ ਦੁਆਰਾ ਲਾਂਚ ਕੀਤਾ ਗਿਆ। ਹੁਣ ਉਮੰਗ ਅਵਾਰਡਸ ਵੀ ਲਾਂਚ ਕੀਤੇ ਗਏ 3 ਸਾਲ ਪੂਰੇ ਹੋਣ ਤੇ। ਤਾਂ ਜਿਹੜੀ ਉਮੰਗ ਐਪਲੀਕੇਸ਼ਨ ਦੇ ਅਵਾਰਡਸ ਨੇ ਦਿੱਤਾ ਗਿਆ ਪਲੈਟੀਨਮ ਪਾਰਟਨਰ ਅਵਾਰਡ। ਪਲੈਟੀਨਮ ਪਾਰਟਨਰ ਅਵਾਰਡ ਕਿਸ ਨੂੰ ਦਿੱਤਾ ਗਿਆ? EPFO ਨੂੰ। क्वेश्चन इंपॉर्टेंट बनेगा EPFO एम्प्लॉय प्रोविडेंट फंड ऑर्गेनाइजेशन। एम्प्लॉय प्रोविडेंट फंड ऑर्गेनाइजेशन जो कि 1952 ਦੇ ਵਿੱਚ ਬਣਾਈ ਗਈ ਸੀ, ਨਿਊ ਦਿੱਲੀ ਦੇ ਵਿੱਚ ਹੈੱਡਕੁਆਟਰ ਹੈ। ਇਸ ਨੂੰ ਅਵਾਰਡ ਦਿੱਤਾ ਗਿਆ ਉਮੰਗ ਐਪਲੀਕੇਸ਼ਨ ਦਾ ਅਵਾਰਡ ਪਲੈਟੀਨਮ ਪਾਰਟਨਰ ਅਵਾਰਡ। ਨੈਕਸਟ ਹੈ ਥਨਵਰ ਚੰਦ ਗਹਿਲੋਤ, ਸੋਸ਼ਲ ਜਸਟਿਸ ਮਿਨਿਸਟਰ ਨੇ ਇਹਨਾਂ ਨੂੰ ਪੋਰਟਲ ਲਾਂਚ ਕੀਤਾ ਨੈਸ਼ਨਲ ਪੋਰਟਲ ਫॉर ਟਰਾਂਸਜੈਂਡਰ ਪਰਸਨਸ। ਨੈਸ਼ਨਲ ਪੋਰਟਲ ਫॉर ट्रांसजेंडर परसनस। इस तो इलावा गरिमा
ਗ੍ਰਹਿ ਇੱਕ ਸ਼ੈਲਟਰ ਹੋਮ ਟਰਾਂਸਜੈਂਡਰ ਪਰਸਨਸ ਦੇ ਲਈ, ਟਰਾਂਸਜੈਂਡਰ ਪਰਸਨਸ ਦੇ ਲਈ ਇੱਕ ਸ਼ੈਲਟਰ ਹੋਮ ਵਡੋਦਰਾ ਗੁਜਰਾਤ ਦੇ ਵਿੱਚ, ਵਡੋਦਰਾ ਗੁਜਰਾਤ ਦੇ ਵਿੱਚ 10 ਸਿਟੀਜ਼ ਬੇਸਿਕਲੀ ਸਿਲੈਕਟ ਕੀਤੀਆਂ ਗਈਆਂ ਨੇ, 13 ਸ਼ੈਲਟਰ ਹੋਮਸ ਬਣਾਏ ਜਾਣਗੇ ਜਿਸ ਦੇ ਵਿੱਚੋਂ ਪਹਿਲਾ ਲਾਂਚ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਇਹਨਾਂ ਦੁਆਰਾ ਹੀ ਇੱਕ ਡਾਕੂਮੈਂਟਰੀ ਵੀ ਰਿਲੀਜ਼ ਕੀਤੀ ਗਈ ਹੈ, ਇਲਸਟ੍ਰੇਸ਼ਨ ਐਂਡ ਕੈਲੀਗ੍ਰਾਫੀ, ਇਲਸਟ੍ਰੇਸ਼ਨ ਐਂਡ ਕੈਲੀਗ੍ਰਾਫੀ ਇਨ ਦਾ ਕੌਨਸਟੀਟਿਊਸ਼ਨ ਆਫ ਇੰਡੀਆ, ਜਿਸ ਨੂੰ ਬਣਾਇਆ ਗਿਆ ਡਾਕਟਰ ਅੰਬੇਦਕਰ ਇੰਟਰਨੈਸ਼ਨਲ ਸੈਂਟਰ ਨਿਊ ਦਿੱਲੀ ਦੁਆਰਾ, ਡਾਕਟਰ ਅੰਬੇਦਕਰ ਇੰਟਰਨੈਸ਼ਨਲ ਸੈਂਟਰ ਨਿਊ ਦਿੱਲੀ ਦੁਆਰਾ ਬਣਾਇਆ ਗਿਆ। ਨੈਕਸਟ ਹੈ ਅਹਿਮਦ ਪਟੇਲ। ਅਹਿਮਦ ਪਟੇਲ ਦੀ ਗੱਲ ਕਰਦੇ ਹਾਂ, ਫੇਮਸ ਪੋਲੀਟੀਸ਼ੀਅਨ ਸੀਗੇ, ਇੰਡੀਅਨ ਨੈਸ਼ਨਲ ਕਾਂਗਰਸ ਦੇ ਫੇਮਸ ਪੋਲੀਟੀਸ਼ੀਅਨ ਸੀਗੇ, ਕਿਹੜੀ ਪਾਰਟੀ ਤੋਂ ਬਿਲੋਂਗ ਕਰਦੇ ਸੀ, ਕਾਂਗਰਸ ਤੋਂ ਬਿਲੋਂਗ ਕਰਦੇ ਸੀ। ਇਹਨਾਂ ਦੀ ਰੀਸੈਂਟਲੀ ਡੈਥ ਹੋ ਗਈ ਹੈ। ਠੀਕ ਹੈ ਜੀ। ਡਿਆਗੋ ਮੈਰਾਡੋਨਾ, ਡਿਆਗੋ ਮੈਰਾਡੋਨਾ ਦੀ ਗੱਲ ਕਰਦੇ ਹਾਂ, ਫੇਮਸ ਫੁੱਟਬਾਲਰ ਸੀਗੇ ਅਰਜਨਟੀਨਾ ਦੇ ਫੇਮਸ ਫੁੱਟਬਾਲਰ ਸੀਗੇ ਔਰ ਮੈਂਟੋਰ ਸੀਗੇ ਲਿਓਨਲ ਮੈਸੀ ਦੇ ਮੈਂਟੋਰ ਸੀ। ਇਹਨਾਂ ਦੀ ਰੀਸੈਂਟਲੀ ਡੈਥ ਹੋ ਗਈ ਹੈ। ਇਹਨਾਂ ਰਿਲੇਟਡ ਇੱਕ ਇੰਪੋਰਟੈਂਟ ਫੈਕਟ ਹੈ, ਕੱਲ ਆਪਣਾ ਡਿਸਕਸ ਕਰਨਾ ਰਹਿ ਗਿਆ ਸੀ ਕਿ ਨੇਪਲਸ ਸਿਟੀ ਦੇ ਮੇਅਰ ਨੇ ਜਿਹੜੇ, ਇਹਨਾਂ ਨੇ ਅਨਾਊਂਸ ਕੀਤਾ ਕਿ ਸੈਨ ਪਾਲੋ ਸਟੇਡੀਅਮ ਹੈ, ਜਿਹੜਾ ਸੈਨ ਪਾਲੋ ਸਟੇਡੀਅਮ ਹੈ ਉਸ ਨੂੰ ਨਾਮ ਚੇਂਜ ਕੀਤਾ ਜਾਏਗਾ ਡਿਓਗਾ ਮੈਰਾਡੋਨਾ ਦੇ ਨਾਮ ਤੇ। ਕੁਐਸਚਨ ਪੁੱਛਿਆ ਜਾ ਸਕਦਾ ਕਿ ਕਿਸ ਸਟੇਡੀਅਮ ਦਾ ਨਾਮ ਰੀਸੈਂਟਲੀ ਅਨਾਊਂਸ ਕੀਤਾ ਗਿਆ ਡਿਓਗਾ ਮੈਰਾਡੋਨਾ ਦੇ ਨਾਮ ਤੇ ਚੇਂਜ ਕੀਤਾ ਜਾਏਗਾ, ਇਹਨਾਂ ਦੇ ਆਨਰ ਦੇ ਵਿੱਚ ਤਿਆਰ ਰੱਖਣਾ ਸੈਨ ਪਾਲੋ ਸਟੇਡੀਅਮ, ਸੈਨ ਪਾਲੋ ਸਟੇਡੀਅਮ। ਨੈਕਸਟ ਹੈ ਪਾਕਿਸਤਾਨ ਦੁਆਰਾ ਸਾਰਕ ਮਿਨਿਸਟਰਸ ਦੀ ਪਲੈਨਿੰਗ ਮਿਨਿਸਟਰਸ ਦੀ ਮੀਟਿੰਗ ਆਰਗੇਨਾਈਜ਼ ਕੀਤੀ ਗਈ। ਸਾਰਕ ਦੀ ਪਲੈਨਿੰਗ ਮਿਨਿਸਟਰਸ ਦੀ ਪਹਿਲੀ ਮੀਟਿੰਗ ਆਰਗੇਨਾਈਜ਼ ਕੀਤੀ ਗਈ, ਜਿਸ ਦੇ ਵਿੱਚ ਇੰਡੀਆ ਵੱਲੋਂ ਨੀਤੀ ਆਯੋਗ ਦੇ ਚੇਅਰਮੈਨ ਅਮਿਤਾਭ ਕਾਂਤ ਦੁਆਰਾ ਪਾਰਟਿਸਿਪੇਟ ਕੀਤਾ ਗਿਆ। ਇੰਡੀਆ ਵੱਲੋਂ ਨੀਤੀ ਆਯੋਗ ਦੇ ਚੇਅਰਮੈਨ ਅਮਿਤਾਭ ਕਾਂਤ ਦੁਆਰਾ ਪਾਰਟਿਸਿਪੇਟ ਕੀਤਾ ਗਿਆ। ਸਾਰਕ ਦੀ ਗੱਲ ਕਰਦੇ ਹਾਂ, ਸਾਰਕ ਨੂੰ ਢਾਕਾ ਦੇ ਵਿੱਚ ਬਣਾਇਆ ਗਿਆ ਸੀ, ਢਾਕਾ ਬੰਗਲਾਦੇਸ਼ ਦੇ ਵਿੱਚ ਬਣਾਇਆ ਗਿਆ ਸੀ 1985 ਦੇ ਵਿੱਚ। ਹੈਡਕੁਆਟਰ ਕਾਠਮਾਂਡੂ ਦੇ ਵਿੱਚ ਹੈ ਔਰ 8 ਮੈਂਬਰ ਕੰਟਰੀਜ਼ ਨੇ। ਨੈਕਸਟ ਹੈ ਸਪੋਰਟਸ ਮਿਨਿਸਟਰ ਕਿਰਨ ਰਿਜੀਜੂ। ਇੰਡੀਆ ਦੇ ਸਪੋਰਟਸ ਮਿਨਿਸਟਰੀ ਦੀ ਗੱਲ ਕਰਦੇ ਹਾਂ ਤਾਂ ਕਿਰਨ ਰਿਜੀਜੂ ਲਵੇ ਹੈ। ਇਹਨਾਂ ਦੁਆਰਾ ਫਿਟ ਇੰਡੀਆ ਸਕੂਲ ਵੀਕ ਪ੍ਰੋਗਰਾਮ ਲਾਂਚ ਕੀਤਾ ਗਿਆ ਹੈ ਇਨ ਦੀ ਪ੍ਰੈਜ਼ੈਂਸ ਆਫ ਫਿਟ ਇੰਡੀਆ ਮਿਸ਼ਨ ਡਾਇਰੈਕਟਰ ਏਕਤਾ ਬਿਸ਼ਨੋਈ। ਕੁਐਸਚਨ ਪੁੱਛਿਆ ਜਾ ਸਕਦਾ ਹੈ ਫਿਟ ਇੰਡੀਆ ਮਿਸ਼ਨ ਦੇ ਡਾਇਰੈਕਟਰ ਕੌਣ ਨੇ, ਤਾਂ ਯਾਦ ਰੱਖਣਾ ਏਕਤਾ ਬਿਸ਼ਨੋਈ ਨੇ। ਨੈਕਸਟ ਹੈ ਇੰਡੀਅਨ ਨੇਵੀ ਦੁਆਰਾ 2 ਅਮਰੀਕਨ ਡਰੋਨਸ ਸੀ ਗਾਰਜੀਅਨ ਨਾਮ ਦੇ 2 ਅਮਰੀਕਨ ਡਰੋਨਸ ਲੀਜ਼ ਤੇ ਲਿੱਤੇ ਗਏ ਨੇ। ਕਿੱਥੇ ਲੀਜ਼ ਤੇ ਆਏ ਨੇ ਇਹ? INS ਰਜਾਲੀ ਦੇ ਵਿੱਚ ਪਲੇਸ ਕੀਤਾ ਗਿਆ ਤਮਿਲਨਾਡੂ ਦੇ ਵਿੱਚ। ਇੰਡੀਆ ਸਾਈਨਡ ਐਗਰੀਮੈਂਟ ਵਿਦ ਅਫਗਾਨਿਸਤਾਨ ਦੇ ਨਾਲ ਸ਼ਹਿਦੂਤ ਡੈਮ ਦੇ ਲਈ ਇੰਡੀਆ ਨੇ ਐਗਰੀਮੈਂਟ ਸਾਈਨ ਕੀਤਾ ਹੈ, ਯਾਦ ਰੱਖਣਾ ਟੂ ਪ੍ਰੋਵਾਈਡਿੰਗ ਸੇਫ ਡਰਿੰਕਿੰਗ ਵਾਟਰ। ਨੈਕਸਟ ਹੈ ਯੂਪੀ ਦੇ ਚੀਫ ਮਿਨਿਸਟਰ ਯੋਗੀ ਆਦਿੱਤਿਆਨਾਥ ਨੇ ਇਹਨਾਂ ਦੁਆਰਾ ਅਨਾਊਂਸ ਕੀਤਾ ਗਿਆ ਅਯੋਧਿਆ ਏਅਰਪੋਰਟ ਦਾ ਨਾਮ, ਬੇਸਿਕਲੀ ਜਿਹੜਾ ਅਯੋਧਿਆ ਏਅਰਪੋਰਟ ਹੈ ਉਸ ਦਾ ਨਾਮ ਚੇਂਜ ਕੀਤਾ ਜਾਏਗਾ। ਅਯੋਧਿਆ ਏਅਰਪੋਰਟ ਦਾ ਨਾਮ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਏਅਰਪੋਰਟ ਰੱਖਿਆ ਗਿਆ। ਅਯੋਧਿਆ ਏਅਰਪੋਰਟ ਦਾ ਨਾਮ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਏਅਰਪੋਰਟ ਰੱਖਿਆ ਗਿਆ। ਠੀਕ ਹੈ ਜੀ। ਨੈਕਸਟ ਹੈ ਸਟੈਟਿਕ ਪੋਰਸ਼ਨ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਸਟੇਟ ਵਾਈਲਡ ਲਾਈਫ ਸੈਂਚੁਰੀ ਡਿਸਕਸ ਕਰ ਰਹੇ ਹਾਂ ਆਪਾਂ, ਤਾਂ ਮਨੀਪੁਰ ਦੇ ਵਿੱਚ ਖੋਂਗਜੈਨ-ਗਾਂਬਾ ਚਿੰਗ ਵਾਈਲਡ ਲਾਈਫ ਸੈਂਚੁਰੀ ਇੰਪੋਰਟੈਂਟ ਰਹੇਗੀ। ਖੋਂਗਜੈਨ-ਗਾਂਬਾ ਚਿੰਗ ਵਾਈਲਡ ਲਾਈਫ ਸੈਂਚੁਰੀ ਪਲੱਸ ਲੋਕਚਾਓ ਵਾਈਲਡ ਲਾਈਫ ਸੈਂਚੁਰੀ। ਲੋਕਚਾਓ ਵਾਈਲਡ ਲਾਈਫ ਸੈਂਚੁਰੀ ਕਿੱਥੇ ਹੈ? ਮਨੀਪੁਰ ਦੇ ਵਿੱਚ। ਮੇਘਾਲਿਆ ਦੀ ਗੱਲ ਕਰਦੇ ਹਾਂ, ਬਗਮਾਰਾ ਪਿਕਚਰ ਪਲਾਂਟ ਵਾਈਲਡ ਲਾਈਫ ਸੈਂਚੁਰੀ ਔਰ ਨਰਪੂ ਵਾਈਲਡ ਲਾਈਫ ਸੈਂਚੁਰੀ। ਬਗਮਾਰਾ ਪਿਕਚਰ ਪਲਾਂਟ ਵਾਈਲਡ ਲਾਈਫ ਸੈਂਚੁਰੀ ਔਰ ਨਰਪੂ ਵਾਈਲਡ ਲਾਈਫ ਸੈਂਚੁਰੀ। ਮਿਜ਼ੋਰਮ ਤੋਕਾलो, ਤਾਵੀ, ਨੈਂਗਫੂਈ ਔਰ ਲੈਂਗਟੈਂਗ। ਤੋਕਾलो, ਤਾਵੀ, ਨੈਂਗਫੂਈ ਔਰ ਲੈਂਗਟੈਂਗ। ਨਾਗਾਲੈਂਡ ਦੀ ਗੱਲ ਕਰਦੇ ਹਾਂ, ਫਕੀਮ ਵਾਈਲਡ ਲਾਈਫ ਸੈਂਚੁਰੀ, ਰੰਗਾ ਪਹਾੜ ਵਾਈਲਡ ਲਾਈਫ ਸੈਂਚੁਰੀ ਔਰ ਪੁਲੀ ਬੈਜ ਵਾਈਲਡ ਲਾਈਫ ਸੈਂਚੁਰੀ। ਠੀਕ ਹੈ ਜੀ। ਅੱਛਾ, ਇੱਕ ਸਟੂਡੈਂਟ ਦਾ ਕਮੈਂਟ ਆਇਆ ਸੀ ਕਿ ਜਿੰਨੇ ਵੀ ਨੈਸ਼ਨਲ ਪਾਰਕਸ ਵਗੈਰਾ ਨੇ ਇਹਨਾਂ ਨੂੰ ਕਿਸੇ ਟ੍ਰਿਕ ਨਾਲ ਯਾਦ ਕਰਾ ਦਿਓ। ਟ੍ਰਿਕ ਹੁੰਦੀਆਂ ਨੇ, ਬਣਾ ਲੈਂਦੇ ਨੇ ਲੋਕੀ, ਪਰ ਜੋ ਮੇਰੀ ਸੋਚ ਹੈ ਕਿ ਕਦੇ ਵੀ ਕਿਸੇ ਵੀ ਚੀਜ਼ ਨੂੰ ਟ੍ਰਿਕ ਨਾਲ ਯਾਦ ਨਹੀਂ ਕਰਨਾ ਚਾਹੀਦਾ, ਇੱਕ ਸ਼ਾਰਟਕਟ ਦੇ ਨਾਲ ਕਦੇ ਵੀ ਨਹੀਂ ਚੱਲਣਾ ਚਾਹੀਦਾ। ਮਿਹਨਤ ਕਰੋ, ਅੱਛੇ ਤਰੀਕੇ ਨਾਲ ਯਾਦ ਰਹਿਣਗੀਆਂ ਔਰ ਹਮੇਸ਼ਾ ਲਈ ਯਾਦ ਰਹਿਣਗੀਆਂ। ਇੱਕ ਸਿੰਗਲ ਸੀਰੀਜ਼ ਦੇ ਵਿੱਚ ਯਾਦ ਰੱਖਾਂਗੇ, ਹਮੇਸ਼ਾ ਯਾਦ ਰਹਿਣਗੀਆਂ। ਫੋਰ ਐਗਜ਼ਾਮਪਲ ਆਪਾਂ MP ਦੀ ਗੱਲ ਕਰਦੇ ਹਾਂ, MP ਦੇ ਵਿੱਚ ਸਭ ਤੋਂ ਜ਼ਿਆਦਾ ਨੈਸ਼ਨਲ ਪਾਰਕਸ ਨੇ ਪਲੱਸ ਸਭ ਤੋਂ ਜ਼ਿਆਦਾ ਹੀ ਵਾਈਲਡ ਲਾਈਫ ਸੈਂਚੁਰੀਜ਼ ਨੇ, ਕਿਉਂਕਿ MP ਦਾ ਫੋਰੈਸਟ ਏਰੀਆ ਹੈ ਜੋ ਸਭ ਤੋਂ ਜ਼ਿਆਦਾ ਹੈ। ਠੀਕ ਹੈ, ਤਾਂ ਇਸੇ ਕਰਕੇ MP ਦੇ ਜਿਹੜੇ ਆਪਾਂ ਨੇ ਯਾਦ ਕੀਤੇ ਹੋਏ ਨੇ, ਕਿਸ ਤਰੀਕੇ ਨਾਲ ਕੀਤੇ ਹੋਏ ਨੇ? ਇੱਕ ਸਿੰਗਲ ਤੋਂ ਯਾਦ ਕੀਤਾ ਹੋਇਆ, ਸਿੰਗਲ ਦੇ ਨਾਲ ਸਾਰੀ ਇੱਕ ਸੀਰੀਜ਼ ਦੇ ਵਿੱਚ ਯਾਦ ਕੀਤੇ ਹੋਏ ਨੇ, ਇਸੇ ਤਰੀਕੇ ਨਾਲ ਯਾਦ ਰੱਖਣੇ ਨੇ।
मेघालय बगमारा पिक्चर प्लांट, नरपू वाइल्ड लाइफ सेंचुरी, मिजोरम तोकालो तावी नैंगफुई लैंगटेंग, तोकालो तावी नैंगफुई लैंगटेंग। नैक्सट चलते हैं अज की फर्स्ट न्यूज़ दे वल। फर्स्ट क्वेश्चन डिस्कस करांगे, विच मिनिस्ट्री केड़ी मिनिस्ट्री द्वारा डिजिटाइज्ड ऑनलाइन HR मैनेजमेंट सिस्टम लॉन्च किया गया, या कह सकते हैं HRMS पोर्टल। केड़ी मिनिस्ट्री का आपदा HRMS पोर्टल लॉन्च किया गया? रेलवे मिनिस्ट्री द्वारा। रेलवे मिनिस्ट्री की गल करते हैं तो इन्होंने अपना HRMS पोर्टल लॉन्च किया, HR मैनेजमेंट सर्विस पोर्टल लॉन्च किया। किसी भी तरीके की बेसिकली प्रॉब्लम्स होंदियां ने, ग्रीवियंसिस होंदियां ने एम्पलॉयज़ नूं, तो उन्होंने लिए इसनूं लॉन्च किया गया। तो अगर कोई भी, अगर आप कंपनी की भी गल करते हैं तो अगर उत्थे की हुंदा कि अगर किसी भी प्रॉब्लम होंदी है किसी भी एम्पलॉय नूं, तो HR कोल जांदा है, ठीक है। कंपनी दे विच HR हुंदे ने तो उन्हां लवे जाया जाता है। तो सिमिलर तरीके नाल HRMS मैनेजमेंट सिस्टम, ह्यूमन रिसोर्स मैनेजमेंट सिस्टम। इस तो इलावा अगर आप गल करते हैं रेलवे मिनिस्ट्री की, तो पीयूष गोयल लवे रेलवे मिनिस्ट्री है। रेलवे के अलावा कॉमर्स एंड इंडस्ट्रीज़ मिनिस्ट्री इन्होंने लवे, प्लस इन्होंने 2 मिनिस्ट्रियाँ रिसेंटली दी गई ने, फूड एंड पब्लिक डिस्ट्रीब्यूशन मिनिस्ट्री, इस तो इलावा कंज्यूमर अफेयर्स मिनिस्ट्री, कंज्यूमर अफेयर्स मिनिस्ट्री। राज्य सभा MP ने महाराष्ट्र को, ये याद रखने, ठीक है जी। इस तो इलावा रेलवे बोर्ड की अगर आप गल करते हैं, रेलवे बोर्ड VK यादव रेलवे बोर्ड के चेयरमैन ने, प्लस इन्हों रेलवे बोर्ड का ही CEO भी अपॉइंट किया गया सी, ठीक है जी, याद रखने। बाकी ऑप्शनस दे विच डिफेंस मिनिस्ट्री राजनाथ सिंह लखनऊ उत्तर प्रदेश तो लोक सभा MP ने। एक्सटर्नल अफेयर्स मिनिस्ट्री की गल करते हैं सुब्रमण्यम जयशंकर S जयशंकर ने, और सुब्रमण्यम जयशंकर राज्यसभा MP ने गुजरात तो। टैक्सटाइल्स मिनिस्ट्री स्मृति ईरानी लवे है, स्मृति ईरानी प्लस WCD मिनिस्ट्री भी होल्ड करते हैं, और अमेठी उत्तर प्रदेश तो लोक सभा MP ने। हैल्थ मिनिस्ट्री की गल करते हैं डॉक्टर हर्षवर्धन लवे हैल्थ मिनिस्ट्री है, इन्होंने लवे। इस तो इलावा अर्थ साइंस मिनिस्ट्री और साइंस एंड टैक्नोलॉजी मिनिस्ट्री है। और अगर आप गल करते हैं यह लोक सभा MP ने चांदनी चौंक दिल्ली तो लोक सभा MP ने, ठीक है जी। सारे मिनिस्टर्स इंपोर्टेंट बन गए, याद रखने, क्योंकि कोई ना कोई मिनिस्टर किसी न किसी कारण करके न्यूज़ के विच रहिंदा है। इन्हों द्वारा कोई इनॉग्रेशन की जाती है, कोई पोर्टल लॉन्च किया जाता है, या फिर इन्हों की मिनिस्ट्री द्वारा कोई एग्रीमेंट साइन किया जाता है, तो इंपोर्टेंट बनते हैं। तो इस करके इन्हों की कॉन्स्टिट्यूएंसी पूछ ली जाती है, कॉन्स्टिट्यूएंसी पूछ ली जाती है कि यह मिनिस्टर हैल्थ मिनिस्टर ने, तो यह कितों लोक सभा MP ने या राज्य सभा MP ने। तो चांदनी चौंक दिल्ली तो लोक सभा MP ने। नैक्सट है हू विल पार्टिसिपेट, किन्ना ने पार्टिसिपेट किया है 4th NSA लैवल मीटिंग ऑन ट्राईलेटरल मैरीटाइम सिक्योरिटी कॉरपोरेशन। पहले तो गल करते हैं ट्राईलेटरल मैरीटाइम सिक्योरिटी कॉरपोरेशन की। ट्राईलेटरल का मतलब 3 कंट्रीज़, तो केड़ी 3 कंट्रीज़? इंडिया होगी, ठीक है। इस तो इलावा 2 कंट्रीज़ केड़ियां ने? श्रीलंका और मालदीव्स, श्रीलंका मालदीव्स, ठीक है। NSA की मीटिंग है, NSA पार्टिसिपेट करने की। तो इंडिया के NSA कौन ने? अजीत डोवल, NSA नेशनल सिक्योरिटी एडवाइज़र, नेशनल सिक्योरिटी एडवाइज़र कौन ने? अजीत डोवल ने। और ये पार्टिसिपेट करेंगे इंडिया, श्रीलंका और मालदीव्स की मैरीटाइम सिक्योरिटी कॉरपोरेशन दे विच। अगर आप गल करते हैं मीटिंग का एडिशन इंपोर्टेंट बनेगा, चौथी मीटिंग है, क्यों ज़्यादा इंपोर्टेंट बनेगा एडिशन। क्यों इंपोर्टेंट बनेगा? क्योंकि ये मीटिंग काफ़ी सालों तो बाद की जा रही है। जी इसकी पहली मीटिंग सी ये 2011 ਦੇ ਵਿੱਚ ਕੀਤੀ गई, जिसनों मालदीव्स द्वारा होस्ट किया गया सी। 2013 ਦੇ ਵਿੱਚ ਕੀਤੀ गई, श्रीलंका द्वारा होस्ट किया गया। उस तो बाद 2014 ਦੇ ਵਿੱਚ इंडिया द्वारा होस्ट किया गया। हुण 2014 तो बाद यह मीटिंग अटेंड नहीं की गई, हुण की जा रही है। तो इंपोर्टेंट बनेगी, कुछ इंपोर्टेंट डिसीजन निकल के आएंगे, उन्होंने बारे आप डिस्कस करांगे अगर कोई इंपोर्टेंट एग्रीमेंट साइन होंगे। तो इस मीटिंग में इस साल कौन कर रहा है? इस साल होस्ट कर रहा है कोलंबो श्रीलंका होस्ट कर रहा है। और अजीत डोवल जाएंगे श्रीलंका, जाएंगे विजिट पर जाएंगे श्रीलंका की अजीत डोवल, ठीक है जी, याद रखना है। इस तो इलावा अगर आप गल करते हैं बाकी ऑप्शनस की, तो बाकी ऑप्शनस के विच ओम बिरला लोक सभा के स्पीकर ने, कोटा राजस्थान तो लोक सभा MP ने। GC मुर्मू की गल करते हैं, इन्हों रीसेंटली एडवाइज़र अपॉइंट किया गया सी, ऑडिटर एडवाइज़र अपॉइंट किया गया सी, आई थिंक
कित्थे अपॉइंट किया गया सी IPU दे विच इंटर पार्लियामेंट्री यूनीयन दे विच इंटर पार्लियामेंट्री यूनीयन की गल करते हैं आप डिस्कस किया 1889 दे विच इसनूं बनाया गया सी। इस तो इलावा एक इंपोर्टेंट 1819 दे विच सॉरी 1819 दे विच बनाया गया सी। एक इंपोर्टेंट फैक्ट सीगा इस दे रिलेटेड कि इस दे डुआर्ते पैचेको का नाम याद रखना है। इन्हों रीसेंटली इस दे प्रेसिडेंट अपॉइंट किया गया और ये पुर्तगाल तो बिलोंग करते हैं। IPU का हैडकुआटर जनेवा स्विट्जरलैंड के विच है। GC मुर्मू इंडिया के 14वें कैग ने, कैग यानी कि कंट्रोलर एंड ऑडिटर जनरल ने। अमिताभ कांत CEO ने किस दे नीति आयोग दे और राजीव कुमार की अगर आप गल करते हैं तो यह चेयरमैन ने नीति आयोग। नेक्स्ट है मिनिस्ट्री ऑफ यूथ अफेयर्स एंड स्पोर्ट्स, यूथ अफेयर्स एंड स्पोर्ट्स मिनिस्ट्री द्वारा काफ़ी इंपॉर्टेंट न्यूज़ है कि यूथ अफेयर्स एंड स्पोर्ट्स मिनिस्ट्री किरण रिजिजू लविया हुणे आप डिस्कस की थी अरुणाचल वैस्ट तो लोक सभा MP ने इन्हों द्वारा आर्चरी एसोसीएशन ऑफ इंडिया, आर्चरी एसोसीएशन ऑफ इंडिया है जी 2012 के इसकी जी मान्यता है वह खत्म कर दी गई सी। इसनों नैशनल रिकोगनाइजेशन नहीं दी गई सी, ठीक है। तो हुण इसनों दोबारा नैशनल रिकोगनाइजेशन दी गई है नैशनल स्पोर्ट्स फैडरेशन के अंडर। अपना क्वेश्चन है कि आर्चरी एसोसीएशन ऑफ इंडिया के हैड कौन ने, प्रेजिडेंट कौन ने। इसे साल अपॉइंट किए गए ने, इंपोर्टेंट बन गए अर्जुन मुंडा। अर्जुन मुंडा वही अर्जुन मुंडा जेडे कि ट्राइबल अफेयर्स मिनिस्टर ने, ट्राइबल अफेयर्स मिनिस्टर खुंती झारखंड तो लोक सभा MP ने इन्हों ही आर्चरी एसोसीएशन ऑफ इंडिया का प्रेजिडेंट अपॉइंट किया गया सी। और आर्चरी एसोसीएशन ऑफ इंडिया को एनुअल रिकोगनाइजेशन दी गई है यूथ अफेयर्स मिनिस्ट्री द्वारा, ठीक है, एज ए नैशनल स्पोर्ट्स फेडरेशन कि इसमें नैशनल स्पोर्ट्स का दर्जा दिता गया, ठीक है जी, ये याद रखना है। इस तो इलावा अगर आप गल करते हैं प्रफुल पटेल की, तो प्रफुल पटेल किस दे हैड ने, एसोसीएशन ऑफ फुटबॉल, फुटबॉल एसोसीएशन ऑफ इंडिया के हैड ने, ये याद रखना है। फुटबॉल एसोसीएशन ऑफ इंडिया के हैड कौन ने, प्रफुल पटेल। नरेंद्र बत्रा इंटरनेशनल हॉकी कमेटी के हैड ने। इस तो इलावा इंडियन ओलंपिक कमेटी के भी हैड ने, इंडियन ओलंपिक कमेटी के हैड ने, इंटरनेशनल हॉकी फेडरेशन के हैड ने, प्लस इंटरनेशनल ओलंपिक कमेटी के मैंबर ने। अच्छा, नरेंद्र बत्रा की गल करते हैं, रिसेंटली इन्हों का नाम न्यूज़ च रहा सी, इन्हों अपॉइंट किया गया सी, इन्हों की अपॉइंट किया गया सी, सॉरी अपॉइंट नहीं किया गया सी, इन्होंने अवार्ड दिता गया सी, कैपिटल फाउंडेशन अवार्ड, कैपिटल फाउंडेशन नैशनल अवार्ड इन्हों दिता गया सी। नरेंद्र बत्रा नूं कैपिटल फाउंडेशन नैशनल अवार्ड दिता गया सी। सौरभ गांगुली BCCI के हैड ने, बोर्ड ऑफ क्रिकेट कंट्रोल ऑफ इंडिया के 39 नंबर के प्रेसिडेंट ने। मुंबई के हैडकुआटर है BCCI का। विश्वनाथन आनंद की गल करते हैं, चैस लैजेंड ने, चैस प्लेयर ने विश्वनाथन आनंद। इन्हों की बुक है, बुक का नाम कमेंट बॉक्स के दसना है। विश्वनाथन आनंद की बुक का नाम कमेंट बॉक्स के आंसर देना है, याद रखना, ठीक है जी, कमेंट बॉक्स के आंसर। इस तो इलावा विश्वनाथन आनंद नूं एंबेसडर भी अपॉइंट किया गया सी, किसी चीज़ का एंबेसडर भी अपॉइंट किया गया विश्वनाथन आनंद नूं, वो भी कमेंट बॉक्स के आंसर देना है। नेक्स्ट है यूनाइटेड नेशंस डेवलपमेंट प्रोग्राम UNDP। अच्छा, विश्वनाथन आनंद किस दा ब्रांड एंबेसडर अपॉइंट किया गया सी, अगर आप गल करिए WWF का, मैं ही दस देना, WWF वर्ल्ड वाइड फंड, WWF और फाइट वाली WWF नहीं है, वर्ल्ड वाइड फंड के लिए एंबेसडर अपॉइंट किया गया सी विश्वनाथन आनंद। UNDP द्वारा इन्वेस्ट इंडिया के नाल मिल के सस्टेनेबल डेवलपमेंट गोल्स इन्वेस्टर मैप लॉन्च किया गया। सस्टेनेबल डेवलपमेंट गोल्स इन्वेस्टर मैप की SDG की गल करते हैं 2030 टारगेट है, आप डिस्कस किया हुआ। तो जो SDG है इस दे लई किस तरीके इस टारगेट को अचीव किया जाएगा। SDG के डिफरेंट गोल्स ने, सस्टेनेबल डेवलपमेंट गोल्स जिस कार्बन एमिशन सब तो इंपोर्टेंट गोल है कि कार्बन एमिशन को सब तो ज़्यादा रिड्यूस करना है, 0% से लेके आना है। तो इस दे लई इन्हां गोल्स को पूरा करने के लिए इन्वेस्टर मैप UNDP ने लॉन्च किया है। तो अपना हैडकुआटर है UNDP का कित्थे है, क्वेश्चन है कि UNDP का हैडकुआटर कित्थे है, न्यूयॉर्क के विच। UNDP का हैडकुआटर कित्थे है, न्यूयॉर्क के विच। इस तो इलावा न्यूयॉर्क के विच होर किसी चीज़ का हैडकुआटर है, यूनाइटेड नेशंस का। इस तो इलावा UNDP की यूनाइटेड नेशंस की जिहड़ी बॉडीज़ ने उन्होंने हैडकुआटर भी कित्थे है, न्यूयॉर्क के विच। एक नूं छड्ड के, किहड़ी नूं छड्ड के,
ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੂੰ ਛੱਡ ਕੇ, ਜਿਸ ਦਾ ਹੈੱਡਕੁਆਟਰ ਕਿੱਥੇ ਹੈ, ਹੇਗ ਦੇ ਵਿੱਚ। ਇਹ ਯਾਦ ਰੱਖਣਾ। ਜਨੇਵਾ ਦੇ ਵਿੱਚ WHO ਦਾ ਹੈੱਡਕੁਆਟਰ ਹੈ, ਇੰਪੋਰਟੈਂਟ ਰਹੇਗਾ। ਲੰਡਨ ਦੇ ਵਿੱਚ ਅਗਰ ਗੱਲ ਕਰਦੇ ਹਾਂ, ਇੰਟਰਨੈਸ਼ਨਲ ਮੈਰੀਟਾਈਮ ਆਰਗੇਨਾਈਜੇਸ਼ਨ ਦਾ ਹੈੱਡਕੁਆਟਰ ਹੈ। ਐਮਨੈਸਟੀ ਇੰਟਰਨੈਸ਼ਨਲ ਦਾ ਹੈੱਡਕੁਆਟਰ ਵੀ ਲੰਡਨ ਦੇ ਵਿੱਚ ਹੈ, ਯਾਦ ਰੱਖਣਾ। ਇੰਟਰਨੈਸ਼ਨਲ ਗੋਲਡ ਕਾਊਂਸਲ ਦਾ ਹੈੱਡਕੁਆਟਰ ਵੀ ਲੰਡਨ ਦੇ ਵਿੱਚ ਹੈ, ਇੰਪੋਰਟੈਂਟ ਰਹੇਗਾ। ਨਾਇਰੋਬੀ ਕੇਨੀਆ ਦੇ ਵਿੱਚ, ਇੱਥੇ ਕਨਫਿਊਜ਼ਨ ਹੁੰਦੀ ਹੈ ਕਿ UNDP ਦਾ ਹੈੱਡਕੁਆਟਰ ਨਿਊਯਾਰਕ ਦੇ ਵਿੱਚ ਹੈ ਅਤੇ UNEP ਦਾ ਹੈੱਡਕੁਆਟਰ ਕਿੱਥੇ ਹੈ, ਨਾਇਰੋਬੀ ਦੇ ਵਿੱਚ। ਨਾਇਰੋਬੀ ਕੇਨੀਆ ਦੀ ਕੈਪੀਟਲ ਹੈ। UNEP ਯੂਨਾਈਟਿਡ ਨੇਸ਼ਨਸ ਐਨਵਾਇਰਨਮੈਂਟ ਪ੍ਰੋਗਰਾਮ, ਯਾਦ ਰੱਖਣਾ। ਯੂਨਾਈਟਿਡ ਨੇਸ਼ਨ ਐਨਵਾਇਰਨਮੈਂਟ ਪ੍ਰੋਗਰਾਮ ਯਾਦ ਰੱਖਣਾ, ਇੰਪੋਰਟੈਂਟ ਰਹੇਗਾ। ਬਰੂਜ਼ਲਸ ਦੀ ਗੱਲ ਕਰਦੇ ਹਾਂ, ਬਰੂਜ਼ਲਸ ਬੈਲਜੀਅਮ ਦੇ ਵਿੱਚ ਹੈ। ਯੂਰੋਪੀਅਨ ਯੂਨੀਅਨ ਦਾ ਹੈੱਡਕੁਆਟਰ ਕਿੱਥੇ ਹੈ, ਬਰੂਜ਼ਲਸ ਦੇ ਵਿੱਚ। ਨਾਟੋ ਦਾ ਹੈੱਡਕੁਆਟਰ, ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਦਾ ਹੈੱਡਕੁਆਟਰ ਵੀ ਕਿੱਥੇ ਹੈ, ਬਰੂਜ਼ਲਸ ਬੈਲਜੀਅਮ ਦੇ ਵਿੱਚ। ਨੈਕਸਟ ਹੈ, ਹੂ ਇਜ਼ ਅਪੋਇੰਟਡ ਐਜ਼ ਫਸਟ ਅਰਬ ਵੂਮਨ, ਪਹਿਲੀ ਅਰਬ ਵੂਮਨ ਅਪੋਇੰਟ ਕੀਤੇ ਗਏ ਨੇ ਪ੍ਰੈਜ਼ੀਡੈਂਟ ਆਫ ਇੰਟਰਨੈਸ਼ਨਲ ਪਬਲਿਸ਼ਰ ਐਸੋਸੀਏਸ਼ਨ। ਫਸਟ ਅਰਬ ਵੂਮਨ ਇੰਟਰਨੈਸ਼ਨਲ ਪਬਲਿਸ਼ਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਕੌਣ ਅਪੋਇੰਟ ਕੀਤੇ ਗਏ ਨੇ, ਸ਼ੇਖਾ ਬਦੌਰ। ਸ਼ੇਖਾ ਬਦੌਰ, ਬੇਸਿਕਲੀ ਅਗਰ ਇਹਨਾਂ ਦਾ ਪੂਰੇ ਨਾਮ ਦੀ ਗੱਲ ਕਰਦੇ ਹਾਂ, ਸ਼ੇਖਾ ਬਦੌਰ ਸੁਲਤਾਨ ਅਲ ਕਸੀਮੀ। ਸ਼ੇਖਾ ਬਦੌਰ ਸੁਲਤਾਨ ਅਲ ਕਸੀਮੀ ਫਸਟ ਅਰੈਬਿਕ ਵੂਮਨ ਬਣੇ ਨੇ ਜਿਨ੍ਹਾਂ ਨੂੰ ਪ੍ਰੈਜ਼ੀਡੈਂਟ ਅਪੋਇੰਟ ਕੀਤਾ ਗਿਆ ਇੰਟਰਨੈਸ਼ਨਲ ਪਬਲਿਸ਼ਰ ਐਸੋਸੀਏਸ਼ਨ। ਇੰਟਰਨੈਸ਼ਨਲ ਪਬਲਿਸ਼ਰ ਐਸੋਸੀਏਸ਼ਨ ਦਾ ਹੈੱਡਕੁਆਟਰ ਇੰਪੋਰਟੈਂਟ ਬਣੇਗਾ ਜਨੇਵਾ ਦੇ ਵਿੱਚ ਹੈ। ਇਹਨਾਂ ਦਾ ਹੈੱਡਕੁਆਟਰ ਵੀ ਜਨੇਵਾ ਦੇ ਵਿੱਚ ਹੈ। ਕਾਫੀ ਜ਼ਿਆਦਾ ਆਰਗੇਨਾਈਜੇਸ਼ਨਸ ਨੇ ਜਿਨ੍ਹਾਂ ਦਾ ਹੈੱਡਕੁਆਟਰ ਜਨੇਵਾ ਦੇ ਵਿੱਚ ਹੈ। ਜ਼ਿਆਦਾਤਰ ਆਰਗੇਨਾਈਜੇਸ਼ਨ ਜਿਹੜੀ ਕਿ WH ਤੋਂ ਸ਼ੁਰੂ ਹੁੰਦੀਆਂ ਨੇ, W ਔਰ H ਹੈ ਜਿੱਥੋਂ ਜਿਨ੍ਹਾਂ ਆਰਗੇਨਾਈਜੇਸ਼ਨਸ ਦੇ ਵਿੱਚ, ਤਾਂ ਹਮੇਸ਼ਾ ਯਾਦ ਰੱਖਣਾ ਉਹਨਾਂ ਦਾ ਹੈੱਡਕੁਆਟਰ ਜਨੇਵਾ ਦੇ ਵਿੱਚ ਹੈ। ਛੋਟੀ ਜਿਹੀ ਟ੍ਰਿਕ ਹੈ, ਵੈਸੇ ਮੈਂ ਟ੍ਰਿਕਸ ਬਹੁਤ ਘੱਟ ਯੂਜ਼ ਕਰਦਾ ਪਰ ਦੱਸ ਰਿਹਾ, ਇੰਪੋਰਟੈਂਟ ਬਣ ਸਕਦੀ ਹੈ। 1896 ਦੇ ਵਿੱਚ ਇਸ ਨੂੰ ਬਣਾਇਆ ਗਿਆ ਸੀ। ਇੰਟਰਨੈਸ਼ਨਲ ਪਬਲਿਸ਼ਰ ਐਸੋਸੀਏਸ਼ਨ ਦੀ 1896 ਦੇ ਵਿੱਚ ਬਣਾਈ ਗਈ ਸੀ। ਠੀਕ ਹੈ, ਇਸ ਤੋਂ ਇਲਾਵਾ ਬਾਕੀ ਆਪਸ਼ਨਸ ਦੇ ਵਿੱਚ ਆਨਾ ਮਾਰੀਆ ਦਾ ਨਾਮ ਇੰਪੋਰਟੈਂਟ ਬਣੇਗਾ, ਯਾਦ ਰੱਖਣਾ ਹੈ। ਐਨਾ ਮਾਰੀਆ ਫਸਟ ਵੂਮਨ ਸੀਗੇ, ਇਹ ਫਸਟ ਅਰੈਬਿਕ ਵੂਮਨ ਨੇ ਅਤੇ ਐਨਾ ਮਾਰੀਆ ਫਸਟ ਵੂਮਨ ਬਣੇ ਸੀ ਪ੍ਰੈਜ਼ੀਡੈਂਟ ਇੰਟਰਨੈਸ਼ਨਲ ਪਬਲਿਸ਼ਰ ਐਸੋਸੀਏਸ਼ਨ ਦੇ, ਔਰ ਸ਼ੇਖਾ ਬਦੂਰ ਸੈਕਿੰਡ ਵੂਮਨ ਬਣੇ ਨੇ। ਸ਼ੇਖਾ ਬਦੂਰ ਸੈਕਿੰਡ ਵੂਮਨ ਬਣੇ ਨੇ। ਨੈਕਸਟ ਹੈ, ਹੂ ਹੈਜ਼ ਚੇਅਰਡ 33rd ਪ੍ਰਗਤੀ ਇੰਟਰੈਕਸ਼ਨ ਵਿਦ ਸਿਵਲ ਸਰਵੈਂਟਸ। ਬੇਸਿਕਲੀ ਸਿਵਲ ਸਰਵੈਂਟਸ ਦੇ ਨਾਲ ਇੱਕ ਮੀਟਿੰਗ ਆਰਗੇਨਾਈਜ਼ ਕੀਤੀ ਜਾਂਦੀ ਹੈ, ਪ੍ਰਗਤੀ ਮੀਟਿੰਗ ਹੈ ਜਿਹੜੀ, ਇਸ ਦਾ 33rd ਐਡੀਸ਼ਨ ਆਰਗੇਨਾਈਜ਼ ਕੀਤਾ ਗਿਆ। ਇਸ ਦੇ ਬਾਰੇ ਥੋੜ੍ਹਾ ਡਿਟੇਲ ਦੇ ਵੀ ਡਿਸਕਸ ਕਰਾਂਗੇ। ਪ੍ਰਗਤੀ ਦੀ ਫੁੱਲ ਫਾਰਮ ਇੰਪੋਰਟੈਂਟ ਬਣੇਗੀ। 33rd ਪ੍ਰਗਤੀ ਇੰਟਰੈਕਸ਼ਨ ਸਿਵਲ ਸਰਵੈਂਟਸ ਦੇ ਨਾਲ ਕੌਣ ਕਰਦਾ ਹੁੰਦਾ, ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ। ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਇਸ ਨੂੰ ਆਰਗੇਨਾਈਜ਼ ਕਰਦੇ ਹੁੰਦੇ ਨੇ। ਠੀਕ ਹੈ ਜੀ। ਅਮਿਤ ਸ਼ਾਹ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਵਾਰਾਣਸੀ UP ਤੋਂ ਲੋਕ ਸਭਾ MP ਨੇ। ਅਮਿਤ ਸ਼ਾਹ ਗਾਂਧੀਨਗਰ ਗੁਜਰਾਤ ਤੋਂ ਲੋਕ ਸਭਾ MP ਨੇ ਔਰ ਅਮਿਤ ਸ਼ਾਹ ਹੋਮ ਮਿਨਿਸਟਰ ਨੇ। ਰਾਜਨਾਥ ਸਿੰਘ डिफेंस मिनिस्टर ने और लखनऊ उत्तर प्रदेश तो लोक सभा MP ने। रमेश पोखरियाल निशंक एजुकेशन मिनिस्ट्री हरिद्वार उत्तराखंड तो लोक सभा MP ने। और थनवर चंद गहलोत की अगर आप गल करते हैं तो सोशल जस्टिस एंड एम्पावरमेंट मिनिस्ट्री हुणे डिस्कस करके हटे सी आप क्विक रिवीजन दे विच राज्य सभा MP ने मध्य प्रदेश तो। ठीक है जी। हुण न्यूज़ के रिलेटेड डिटेल दे भी डिस्कस करते हैं। सब तो पहले प्राइम मिनिस्टर नरेंद्र मोदी द्वारा 33rd प्रगति की फुल फॉर्म इंपोर्टेंट बनेगी प्रोएक्टिव गवर्नेंस एंड टाइमली इंप्लीमेंटेशन। प्रगति की फुल फॉर्म है प्रोएक्टिव गवर्नेंस एंड टाइमली इंप्लीमेंटेशन इन्वॉल्विंग सेंटर एंड स्टेट गवर्नमेंट्स। बेसिकली जिन्नी भी कोई भी स्कीम लॉन्च की जाती है सेंट्रल गवर्नमेंट द्वारा या स्टेट गवर्नमेंट द्वारा, उन्होंने अच्छे तरीके नाल और टाइमली इंप्लीमेंट करना सिविल सर्वेंट्स के हाथ च हुंदा है। सिविल सर्वेंट्स फॉर एग्जांपल IAS हो गए, IFS हो गए। ठीक है, तो इन्हां दे हाथ च हुंदा, तो इन्हां नाल ही मीटिंग ऑर्गेनाइज की जाती है। ठीक है जी। इस तो इलावा एक इंपॉर्टेंट समिट भी इनॉग्रेट किया जा रहा है प्राइम मिनिस्टर नरेंद्र मोदी द्वारा। 3rd ग्लोबल रीन्यूएबल एनर्जी इन्वेस्टर्स मीट। 3री ग्लोबल रीन्यूएबल एनर्जी इन्वेस्टर मीट और एक्सपो री इन्वेस्ट 2020 के नाम तो इनॉग्रेट किया जा रहा है, जिसनों ऑर्गेनाइज करती होंगी है न्यू एंड रीन्यूएबल एनर्जी मिनिस्ट्री। रीन्यूएबल एनर्जी मिनिस्ट्री की गल करते हैं RK सिंह दे लवे आरा बिहार तो लोक सभा MP ने। अंडर
थीम इनोवेशंस फॉर सस्टेनेबल एनर्जी ट्रांजिशंस, इनोवेशन फॉर सस्टेनेबल एनर्जी ट्रांजिशन थीम इंपोर्टेंट बनेगी। मैं पहले भी दसा सी जिथे सस्टेनेबल वर्ड आ गया इंपोर्टेंट बनेगा, हमेशा थीम पूछी जा सकती है। इनोवेशंस फॉर सस्टेनेबल एनर्जी ट्रांजिशन बेसिकली रीन्यूएबल एनर्जी ਨੂੰ इंक्रीज़ ਕਰਨ ਦੇ ਲਈ, ਰੀਨਿਊਏਬਲ एनर्जी ज़्यादा तो ज़्यादा ਬਣਾਉਣ ਦੇ ਲਈ और ਉਸਨੂੰ यूज़ ਕਰਨ ਦੇ ਲਈ इस एक्सपो ਨੂੰ ਕੀਤਾ ਜਾ ਰਿਹਾ। ठीक है जी, जिस ਦੇ ਵਿੱਚ बेसिकली सोलर एनर्जी ਨੂੰ काफ़ी ज़्यादा प्रमोट ਕੀਤਾ ਜਾਂਦਾ है, याद रखना। नैक्सट है विच इंडियन एक्ट्रेस, ਕਿਹੜੀ इंडियन एक्ट्रेस द्वारा एक ब्रांड लॉन्च किया गया एडे मामा अंडर आत्मनिर्भर भारत। बेसिकली चिल्ड्रन क्लॉथिंग ब्रांड है, ये क्लॉथ्स होंगे इस ब्रांड के ज़्यादातर चिल्ड्रनस के लिए, तकरीबन 2 साल के चिल्ड्रनस के लिए भी इस क्लॉथ्स होंगे। इंपोर्टेंट बनेगा एड ए मामा किन्ना द्वारा लॉन्च किया गया था, आलिया भट्ट द्वारा अपना एक ब्रांड लॉन्च किया गया एड ए मामा अंडर आत्मनिर्भर भारत, या कह सकते हैं वोकल फॉर लोकल के अंडर। ठीक है जी, याद रखने। इस तो इलावा अगर आप गल करते हैं ऑप्शंस की, तो ऑप्शंस के कुछ इंपोर्टेंट अवार्ड डिस्कस कर लें। फॉर एग्जाम्पल या ब्रांड एंबेसडर डिस्कस कर लें। दीपिका पादुकोण को अवार्ड दिता गया सी क्रिस्टल अवार्ड, याद रखना है किन्ना द्वारा दिता गया सी, वर्ल्ड इकनॉमिक फोरम द्वारा। वर्ल्ड इकनॉमिक फोरम कोलोगनी स्विट्जरलैंड के हैडकुआटर है। वर्ल्ड इकनॉमिक फोरम 1971 के बनाया गया सी। वर्ल्ड इकनॉमिक फोरम की 50th मीटिंग के अवार्ड दिता गया सी। 51st मीटिंग ऑर्गेनाइज की जानी है, कितने ऑर्गेनाइज की जाएगी, हर साल देवोस के ऑर्गेनाइज होंगी है, इस साल लुसरने के ऑर्गेनाइज की जाएगी। ठीक है, फैक्ट सारे याद रखने ने। दूसरी गल, दीपिका पादुकोण ही भारत की लक्ष्मी एंबेसडर बनाया गया सी, याद रखना। प्रियंका चोपड़ा नूं टोरंटो इंटरनेशनल फिल्म फैसटीवल के लिए, टोरंटो इंटरनेशनल फिल्म फैसटीवल के एज ए एंबेसडर अपॉइंट किया गया सी इंडिया वालों। बेसिकली टोरंटो इंटरनेशनल फिल्म फैसटीवल ने डिफरेंट कंट्रीज़ के अपने एंबेसडर बनाए थे। 50 एंबेसडर इनवाइट किए गए सी, जिन्हों के इंडिया के सिर्फ 2 से। इंडिया के नाम याद रखांगे, प्रियंका चोपड़ा से, इस तो इलावा अनुराग कश्यप से। ठीक है, प्रियंका चोपड़ा को ही यूनीसैफ द्वारा मैंसुरेशनल हाइजीन के लिए एंबेसडर अपॉइंट किया गया सी, और यूनीसैफ द्वारा मैंसुरेशनल हाइजीन के लिए ही प्रियंका चोपड़ा तो इलावा बेसिकली मेरे नाम माइंड चो स्किप कर रहा है, मिस इंडिया रह चुके हैं और मिस वर्ल्ड भी रह चुके हैं। उन्होंने नाम मेरे माइंड चो मानुषी चिल्लर को अपॉइंट किया गया सी। ठीक है जी, याद रखना है। प्रियंका चोपड़ा को ही अपॉइंट किया गया सी कोविड-19 के रिलेटेड अवेयरनैस फैलाने के लिए, यह भी याद रखना है। इस तो इलावा दिया मिर्जा की अगर आप गल करते हैं, हुणे अपने UNEP का नाम डिस्कस किया सी, तो यूनाइटेड नेशन एनवायरनमेंट प्रोग्राम वालों दिया मिर्जा को एंबेसडर अपॉइंट किया गया सी, गुडविल एंबेसडर अपॉइंट किया गया सी। सारा अली खान को JBL स्पीकर्स और हैडफोन्स कंपनी है जी, इसके ब्रांड एंबेसडर सारा अली खान अपॉइंट किए गए सी। नेक्स्ट है विच ऑफ द फॉलोइंग इंडियन ओरिजिन हैज़ बिकम सेकेंड पर्सन in the world to take oath in Sanskrit language on foreign land। बेसिकली डिफरेंट कंट्रीज़ के इंडियन ओरिजिन मिनिस्टर्स ने, अगर आप गल करते हैं ब्रिटेन की, तो ब्रिटेन के फाइनैंस मिनिस्टर ने जोड़े ऋषि सुनक ने, इंडियन ओरिजिन ने। ठीक है, रीसेंटली अगर आप गल करते हैं होर भी काफ़ी नाम आप डिस्कस किए हुए हैं, कमला हैरिस USA के वाइस प्रेजिडेंट, वो भी इंडियन ओरिजिन ने। ठीक है, तो इस तरीके यह नाम ज़्यादा इंपोर्टेंट बन गया, क्यों? क्योंकि इन्होंने संस्कृत के शपथ लीती है। इन्होंने जी उस कंट्री के शपथ लीती और संस्कृत लैंगुएज के लीती है, और ये अज तक के दूसरे परसन बन चुके हैं। ठीक है, तो पहले का नाम भी इंपोर्टेंट बनेगा, सारा डिस्कस करांगे डिटेल दे विच। सब तो पहले संस्कृत लैंगुएज के शपथ लीती डॉक्टर गौरव शर्मा ने। यह न्यूजीलैंड की गल करते हैं, रिसेंटली इतने इलैक्शंस होए सी, तो प्राइम मिनिस्टर अपॉइंट किए गए सी जैकिंडा एंडरसन, और इन्हों द्वारा ही कैबिनेट के एक इंडियन ओरिजिन मिनिस्टर अपॉइंट किए गए प्रियंका राधाकृष्णन, ये याद रखना है। दूसरी गल, न्यूजीलैंड के ही गौरव शर्मा को अपॉइंट किया गया। ठीक है, मिनिस्टर अपॉइंट किए गए, संस्कृत के इन्होंने ओथ लीती। तो संस्कृत के ओथ लैन वाले दूसरे परसन बने ने। पहले परसन कौन सी? चंदका प्रसाद। ये कौन से? यह सरनामे कंट्री के एक कंट्री सी सुरनामे।
ਆਪਾਂ ਡਿਸਕਸ ਕੀਤੀ ਹੋਈ ਹੈ, ਇਹ ਨਿਊਜ਼ ਡਿਸਕਸ ਕੀਤੀ ਹੋਈ ਆਪਾਂ ਨੇ। ਸੁਰਨਾਮੇ ਕੰਟਰੀ ਦੇ ਪ੍ਰੈਜ਼ੀਡੈਂਟ ਅਪੁਆਇੰਟ ਕੀਤੇ ਗਏ ਸੀ ਔਰ ਇੰਡੀਅਨ ਓਰੀਜਨ ਸੀਗੇ। ਇਹਨਾਂ ਨੇ ਵੀ ਆਪਣੀ ਸ਼ਪਥ ਕਿਸ 'ਚ ਲਈ ਸੀ? ਸੰਸਕ੍ਰਿਤ 'ਚ ਲਈ ਸੀ। ਪਹਿਲੇ ਇੰਡੀਅਨ ਇਹ ਬਣੇ ਸੀ, ਦੂਸਰੇ ਕੌਣ ਨੇ? ਡਾਕਟਰ ਗੌਰਵ ਸ਼ਰਮਾ। ਠੀਕ ਹੈ ਜੀ, ਯਾਦ ਰੱਖਣਾ। ਸੁਰਨਾਮੇ ਦੀ ਕੈਪੀਟਲ ਪਾਰਾਮਰਿਗੋ ਹੈ, ਕਰੰਸੀ ਇੱਥੇ ਸੁਰਨਾਮੀ ਡਾਲਰ ਚੱਲਦੀ ਹੈ। ਇਸ ਤੋਂ ਇਲਾਵਾ ਜਜੀਨੀ ਵਾਰਗਿਸ ਵੀ ਇੰਡੀਅਨ ਓਰੀਜਨ ਪਰਸਨ ਨੇ। ਇਹਨਾਂ ਨੂੰ ਆਊਟਸਟੈਂਡਿੰਗ ਯੰਗ ਪਰਸਨ ਆਫ ਦਾ ਵਰਲਡ, ਇੰਡੀਅਨ ਓਰੀਜਨ ਅਮਰੀਕਨ ਨੇ ਆਊਟਸਟੈਂਡਿੰਗ ਯੰਗ ਪਰਸਨ ਆਫ ਦਾ ਵਰਲਡ ਅਵਾਰਡ ਦਿੱਤਾ ਗਿਆ। ਰੀਸੈਂਟਲੀ ਆਪਾਂ ਡਿਸਕਸ ਕੀਤਾ ਹੋਇਆ, ਆਈ ਥਿੰਕ ਅਕਤੂਬਰ ਦੇ ਵਿੱਚ ਇਹਨਾਂ ਨੂੰ ਅਵਾਰਡ ਦਿੱਤਾ ਗਿਆ ਸੀ, ਜਾਂ ਅਕਤੂਬਰ ਜਾਂ ਨਵੰਬਰ ਦੇ ਵਿੱਚ ਹੀ ਆਪਾਂ ਨੇ ਡਿਸਕਸ ਕੀਤਾ ਹੋਇਆ। ਇਹ ਜਜੀਨੀ ਵਾਰਗੀ ਸੀ। ਅਰਹਮ ਓਮ ਤਲਸਾਨੀਆ ਇਹ ਕੌਣ ਸੀਗਾ? ਇਹ 6 ਸਾਲ ਦਾ ਇੱਕ ਲੜਕਾ ਸੀਗਾ, ਆਪਾਂ ਡਿਸਕਸ ਕੀਤਾ ਹੋਇਆ ਗੁਜਰਾਤ ਦੇ ਅਹਿਮਦਾਬਾਦ ਦੇ ਵਿੱਚ ਰਹਿੰਦਾ ਸੀ ਸ਼ਾਇਦ ਇਹ, ਜਿਸਨੇ ਕੀ ਕੀਤਾ ਸੀ? ਇੱਕ ਰਿਕਾਰਡ ਬਣਾਇਆ ਸੀ। ਇਸਨੇ ਕੀ ਕਰਿਆ ਸੀ? ਗਿਨੀਜ਼ ਵਰਲਡ ਰਿਕਾਰਡ ਬਣਾਇਆ। 6 ਸਾਲ ਦੇ ਲੜਕੇ ਨੇ ਇੰਜੀਨੀਅਰਿੰਗ ਦਾ ਇੱਕ ਐਗਜ਼ਾਮ ਕਲੀਅਰ ਕੀਤਾ ਸੀ, ਬੇਸਿਕਲੀ ਸਮਥਿੰਗ ਪਾਈਥਨ ਪ੍ਰੋਗਰਾਮਿੰਗ ਲੈਂਗੁਏਜ ਐਗਜ਼ਾਮ ਸੀਗਾ, ਜਿਸ ਨੂੰ ਕਲੀਅਰ ਕਰਨ ਵਾਲਾ ਯੰਗੈਸਟ ਪਰਸਨ ਬਣਿਆ ਸੀ 6 ਸਾਲ ਦਾ ਲੜਕਾ ਅਰਹਮ ਓਮ ਤਲਸਾਨੀਆ। ਪੁਰਾਣੀ ਨਿਊਜ਼ ਵੀ ਆਪਾਂ ਡਿਸਕਸ ਕਰਦੇ ਚੱਲ ਰਹੇ ਹਾਂ, ਯਾਦ ਰੱਖਣੀਆਂ ਨੇ ਸਾਰੀਆਂ। ਨੈਕਸਟ ਹੈ ਫਕੀਰ ਚੰਦ ਕੋਹਲੀ ਫਾਊਂਡਰ ਨੇ ਔਰ ਪਹਿਲੇ CEO ਸੀਗੇ TCS ਦੇ ਫਾਊਂਡਰ ਔਰ ਪਹਿਲੇ CEO। ਟਾਟਾ ਕੰਸਲਟੈਂਸੀ ਸਰਵਿਸਿਜ਼, ਟਾਟਾ ਦੀ ਗੱਲ ਕਰਦੇ ਹਾਂ। ਅਗਰ ਆਪਾਂ ਗੱਲ ਕਰਦੇ ਕਿਸੇ ਟਾਈਮ ਦੇ ਵਿੱਚ ਰਿਲਾਇੰਸ ਨੂੰ ਵੀ ਕਾਫੀ ਪਿੱਛੇ ਛੱਡਣ ਵਾਲੀ ਇਹ ਕੰਪਨੀ ਸੀਗੀ ਟਾਟਾ ਕੰਸਲਟੈਂਸੀ ਸਰਵਿਸਿਜ਼। ਔਰ ਟਾਟਾ ਦੀ ਸਭ ਤੋਂ ਜ਼ਿਆਦਾ ਪ੍ਰੋਫਿਟ ਵਾਲੀ ਕੰਪਨੀ ਵੀ ਕਿਹੜੀ ਹੈ? TCS ਹੈ। ਠੀਕ ਹੈ, ਔਰ ਇਸ ਦੇ ਫਾਊਂਡਰ ਫਕੀਰ ਚੰਦ ਕੋਹਲੀ, ਜੋ ਕਿ ਫਾਦਰ ਆਫ ਇੰਡੀਅਨ IT ਇੰਡਸਟਰੀ ਦੇ ਨਾਮ ਤੋਂ ਵੀ ਜਾਣੇ ਜਾਂਦੇ ਸੀ। ਇੰਡੀਆ ਦੀ ਸਭ ਤੋਂ ਵੱਡੀ ਸੌਫਟਵੇਅਰ ਮੈਨੂਫੈਕਚਰਿੰਗ ਔਰ ਐਕਸਪੋਰਟਿੰਗ ਕੰਪਨੀ ਹੈ TCS, ਜਿਸ ਦੇ ਫਾਦਰ ਆਫ ਇੰਡੀਅਨ IT ਇੰਡਸਟਰੀ ਦੇ ਨਾਮ ਤੋਂ ਜਾਣੇ ਜਾਂਦੇ ਸੀ ਫਾਊਂਡਰ ਨੇ। ਇਹਨਾਂ ਦੀ ਰੀਸੈਂਟਲੀ ਡੈਥ ਹੋ ਗਈ। ਠੀਕ ਹੈ, ਕੁਐਸਚਨ ਪੁੱਛਿਆ ਗਿਆ ਹੈ ਕਿ ਪਦਮ ਭੂਸ਼ਣ ਇਹਨਾਂ ਨੂੰ ਕਦੋਂ ਦਿੱਤਾ ਗਿਆ ਸੀ? 2002 ਦੇ ਵਿੱਚ। ਇੰਡੀਆ ਦਾ 3rd ਹਾਈਐਸਟ ਸਿਵੀਲੀਅਨ ਓਨਰ ਹੈ ਪਦਮ ਭੂਸ਼ਣ। ਠੀਕ ਹੈ, ਕੁਐਸਚਨ ਨੂੰ ਜ਼ਿਆਦਾ ਤੋਂ ਜ਼ਿਆਦਾ ਮੈਨੂਪਲੇਟ ਕਰਕੇ ਅੱਜ ਜਿਹੜੇ ਆਪਣੇ ਹੁੰਦੇ ਐਗਜ਼ਾਮ ਨੇ ਉਹਨਾਂ ਦੇ ਵਿੱਚ ਪੁੱਛੇ ਜਾ ਰਹੇ ਨੇ, ਕਿਉਂਕਿ ਕੰਪੀਟੀਸ਼ਨ ਕਾਫੀ ਜ਼ਿਆਦਾ ਇੰਕਰੀਜ਼ ਹੋ ਚੁੱਕਿਆ, ਤਾਂ ਇਸ ਕਰਕੇ ਕੀ ਕੀਤਾ ਜਾ ਰਿਹਾ? ਕੁਐਸਚਨ ਨੂੰ ਜ਼ਿਆਦਾ ਤੋਂ ਜ਼ਿਆਦਾ ਟਫ ਬਣਾਇਆ ਜਾ ਰਿਹਾ। ਠੀਕ ਹੈ, ਫੋਰ ਐਗਜ਼ਾਮਪਲ ਅਗਰ ਤੁਸੀਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਐਗਜ਼ਾਮ ਦਿੱਤਾ ਸੀ ਤੁਹਾਡੇ 'ਚੋਂ ਕਿਸੇ ਨੇ, ਤਾਂ ਉਸ ਦੇ ਵਿੱਚ ਇੱਕ ਕੁਐਸਚਨ ਸੀ ਕਾਫੀ ਹੈਰਾਨੀਜਨਕ ਕੁਐਸਚਨ ਕਿ ਏਰੀਆ ਪੁੱਛਿਆ ਗਿਆ ਸੀ ਕਿਸ ਦਾ? ਉੱਤਰਾਖੰਡ ਦੇ ਜਿਮ ਕਾਰਬੇਟ ਨੈਸ਼ਨਲ ਪਾਰਕ ਦਾ। ਉੱਤਰਾਖੰਡ ਦਾ ਜਿਮ ਕਾਰਬੇਟ ਨੈਸ਼ਨਲ ਪਾਰਕ ਸਭ ਤੋਂ ਪੁਰਾਣਾ ਨੈਸ਼ਨਲ ਪਾਰਕ ਹੈ ਇੰਡੀਆ ਦਾ, ਇੰਪੋਰਟੈਂਟ ਹੈ, ਤਾਂ ਇਸ ਕਰਕੇ ਇਸ ਦਾ ਏਰੀਆ ਪੁੱਛ ਲਿਆ ਗਿਆ। ਹੁਣ ਏਰੀਆ ਕੌਣ ਯਾਦ ਕਰਕੇ ਜਾਂਦਾ ਹੈ? ਠੀਕ ਹੈ, ਤਾਂ ਇਸ ਕਰਕੇ ਕੁਐਸਚਨ ਨੂੰ ਕਾਫੀ ਜ਼ਿਆਦਾ ਡਿਫਿਕਲਟ ਬਣਾਏ ਜਾ ਰਹੇ ਨੇ। ਤਾਂ ਪਦਮ ਭੂਸ਼ਣ ਦਿੱਤਾ ਗਿਆ ਸੀ ਇਹਨਾਂ ਨੂੰ 2002 ਦੇ ਵਿੱਚ। ਕੁਐਸਚਨ ਪੁੱਛਿਆ ਜਾ ਸਕਦਾ ਹੈ, ਯਾਦ ਰੱਖਣਾ। ਨੈਕਸਟ ਹੈ ਵਿਦ ਵਿਚ ਕੰਟਰੀ ਇੰਡੀਆ ਸਾਈਨਡ MOU। ਇੰਡੀਆ ਨੇ MOU ਸਾਈਨ ਕੀਤਾ ਇਨਵਾਇਰਮੈਂਟ ਪ੍ਰੋਟੈਕਸ਼ਨ ਔਰ ਬਾਇਓਡਾਇਵਰਸਿਟੀ ਕੰਜ਼ਰਵੇਸ਼ਨ ਦੇ ਲਈ। ਇਨਵਾਇਰਮੈਂਟ ਪ੍ਰੋਟੈਕਸ਼ਨ ਔਰ ਬਾਇਓਡਾਇਵਰਸਿਟੀ ਕੰਜ਼ਰਵੇਸ਼ਨ ਦੇ ਲਈ ਐਗਰੀਮੈਂਟ ਇੰਡੀਆ ਨੇ ਫਿਨਲੈਂਡ ਦੇ ਨਾਲ ਸਾਈਨ ਕੀਤਾ। ਕਿਹੜੀ ਕੰਟਰੀ ਦੇ ਨਾਲ? ਫਿਨਲੈਂਡ ਦੇ ਨਾਲ। ਫਿਨਲੈਂਡ ਕੈਪੀਟਲ ਹੈਲਸਿੰਕੀ ਹੈ, ਕਰੰਸੀ ਯੂਰੋ ਚੱਲਦੀ ਹੈ, ਇਹ ਯਾਦ ਰੱਖਣਾ। ਫਿਨਲੈਂਡ ਦੇ ਪ੍ਰਾਈਮ ਮਿਨਿਸਟਰ ਦਾ ਨਾਮ ਯਾਦ ਰੱਖਣਾ, ਸਨਾ ਮਰੀਨ ਯੰਗੈਸਟ ਬਣੇ ਸੀਗੇ, ਇਸ ਕਰਕੇ ਇਹਨਾਂ ਦਾ ਨਾਮ ਇੰਪੋਰਟੈਂਟ ਬਣੇਗਾ। ਠੀਕ ਹੈ, ਸਾਰੀ ਨਿਊਜ਼ ਆਪਾਂ ਡਿਸਕਸ ਕੀਤੀਆਂ ਹੋਈਆਂ ਨੇ ਇਹ। ਇਸ ਤੋਂ ਇਲਾਵਾ ਬਾਕੀ ਆਪਸ਼ਨਸ ਦੀ ਅਗਰ ਆਪਾਂ ਗੱਲ ਕਰਦੇ ਹਾਂ, ਇਹਨਾਂ ਰਿਲੇਟਡ ਕੋਈ ਨਾ ਕੋਈ ਨਿਊਜ਼ ਹੈ, ਨਿਊਜ਼ ਦੇ ਵਿੱਚ ਰਹੇ ਨੇ, ਡਿਸਕਸ ਕਰਦੇ ਹਾਂ। ਸਭ ਤੋਂ ਪਹਿਲੇ ਫਰਾਂਸ ਦੀ ਗੱਲ ਕਰਦੇ ਹਾਂ। ਇੰਡੀਆ ਦੀ ਆਸਟ੍ਰੇਲੀਆ ਦੇ ਨਾਲ ਇੱਕ ਐਕਸਰਸਾਈਜ਼ ਹੁੰਦੀ ਹੈ OS ਇੰਡੈਕਸ, ਆਪਾਂ ਡਿਸਕਸ ਕੀਤੀ ਹੋਈ ਹੈ ਕਿ ਇੰਡੀਆ ਦੀ ਆਸਟ੍ਰੇਲੀਆ ਦੇ ਨਾਲ ਇੱਕ ਐਕਸਰਸਾਈਜ਼ ਹੈ OS ਇੰਡੈਕਸ। ਇਸ ਦੇ ਵਿੱਚ ਫਰਾਂਸ ਹੈ ਜਿਹੜਾ ਮੈਂਬਰ ਬਣਨਾ ਚਾਹੁੰਦਾ ਹੈ। ਫਰਾਂਸ ਚਾਹੁੰਦਾ ਹੈ ਕਿ ਇਹ ਇੰਡੀਆ ਔਰ ਆਸਟ੍ਰੇਲੀਆ ਦੀ OS ਇੰਡੈਕਸ ਦੇ ਵਿੱਚ ਪਾਰਟੀਸਿਪੇਟ ਕਰੇ। ਜਿਸ ਤਰੀਕੇ ਨਾਲ ਆਪਾਂ ਨੇ ਮਾਲਾਬਾਰ ਦੇ ਬਾਰੇ ਡਿਸਕਸ ਕੀਤਾ ਸੀ ਕਿ ਮਾਲਾਬਾਰ ਇੰਡੀਆ ਦੀ, ਜਾਪਾਨ ਔਰ ਅਮਰੀਕਾ ਦੇ ਨਾਲ ਐਕਸਰਸਾਈਜ਼ ਹੈ। ਬੇਸਿਕਲੀ ਅਗਰ ਆਪਾਂ ਗੱਲ ਕਰਦੇ ਹਾਂ ਮਾਲਾਬਾਰ ਦੇ ਓਰੀਜਨ ਦੀ, ਮਾਲਾਬਾਰ ਐਕਸਰਸਾਈਜ਼ ਇੰਡੀਆ ਔਰ ਅਮਰੀਕਾ ਦੀ ਸੀ। ਉਸ ਦੇ ਵਿੱਚ ਜਾਪਾਨ ਨੂੰ ਐਡ ਕੀਤਾ ਗਿਆ 2015 ਦੇ ਵਿੱਚ। ਹੁਣ ਆਸਟ੍ਰੇਲੀਆ ਵੀ ਉਸ ਦੇ ਵਿੱਚ ਪਾਰਟ ਬਣ ਗਿਆ 2020 ਦੇ ਵਿੱਚ। ਚਾਰੋਂ ਕੰਟਰੀਜ਼ ਨੇ ਮਾਲਾਬਾਰ ਐਕਸਰਸਾਈਜ਼ 2 ਫੇਜ਼ਿਸ ਦੇ ਵਿੱਚ ਕੰਡਕਟ ਕੀਤੀ। ਪਹਿਲਾ ਫੇਜ਼ ਬੇ ਆਫ ਬੰਗਾਲ ਦੇ ਵਿੱਚ ਔਰ ਦੂਸਰਾ ਅਰੇਬੀਅਨ ਸੀ ਦੇ ਵਿੱਚ। ਠੀਕ ਹੈ, ਕੰਡਕਟ ਕੀਤਾ ਗਿਆ, ਯਾਦ ਰੱਖਣਾ। ਸਿਮਿਲਰ ਤਰੀਕੇ ਨਾਲ OS ਇੰਡੈਕਸ ਐਕਸਰਸਾਈਜ਼ ਹੈ ਜਿਹੜੀ, ਉਸ ਦੇ ਵਿੱਚ ਫਰਾਂਸ ਪਾਰਟੀਸਿਪੇਟ ਕਰਨਾ ਚਾਹੁੰਦਾ ਹੈ। ਠੀਕ ਹੈ, ਇਸ ਦੇ ਲਈ ਰਿਕੁਐਸਟ ਭੇਜੀ ਗਈ ਹੈ। ਹੁਣ ਫਾਈਨਲੀ ਇਸ ਨੂੰ ਅਪਰੂਵਲ ਦਿੱਤੀ ਜਾਂਦੀ ਹੈ, ਨਹੀਂ ਦਿੱਤੀ ਜਾਂਦੀ, ਇਹ ਬਾਅਦ ਦੀ ਗੱਲ ਹੈ, ਯਾਦ ਰੱਖਣਾ। ਭੂਟਾਨ ਦੇ ਬਾਰੇ ਯਾਦ ਰੱਖਣਾ ਹੈ। ਭੂਟਾਨ ਨੇ ਐਗਰੀਮੈਂਟ ਸਾਈਨ ਕੀਤਾ ਹੈ ਜਰਮਨੀ ਦੇ ਨਾਲ ਡਿਫੈਂਸ ਸਿਕਿਉਰਿਟੀ ਐਗਰੀਮੈਂਟ ਸਾਈਨ ਕੀਤਾ ਗਿਆ। ਠੀਕ ਹੈ ਜੀ। ਅੱਛਾ, ਜਰਮਨੀ ਦੀ ਗੱਲ ਕਰੀਏ, ਬਰਲਿਨ ਕੈਪੀਟਲ ਹੈ, ਕਰੰਸੀ ਯੂਰੋ ਚੱਲਦੀ ਹੈ। ਭੂਟਾਨ ਕੈਪੀਟਲ ਥਿੰਪੂ ਹੈ, ਕਰੰਸੀ
ਨਗੂਲ ਧਰਮ ਚੱਲਦੀ ਹੈ। ਮੰਗੋਲੀਆ, ਮੰਗੋਲੀਆ ਦਾ ਇੱਕ ਬੈਂਕ ਹੈ ਯੈਕ ਬੈਂਕ, ਯੈਕ ਬੈਂਕ ਮੰਗੋਲੀਆ ਦਾ ਬੈਂਕ ਹੈ। ਇਸਨੇ ਇੰਡੀਆ ਦੀ ਇਨਫੋਸਿਸ ਫਿਨੇਕਲ ਕੰਪਨੀ ਦੇ ਨਾਲ ਡਿਜੀਟਲ ਟਰਾਂਸਫੋਰਮੇਸ਼ਨ ਦੇ ਲਈ ਪਾਰਟੀਸਿਪੇਟ ਕੀਤਾ ਹੈ। ਐਗਰੀਮੈਂਟ ਕਹਿ ਸਕਦੇ ਹਾਂ ਕਿ ਇਨਫੋਸਿਸ ਫਿਨੇਕਲ, ਬੇਸਿਕਲੀ ਇਨਫੋਸਿਸ ਦੀ ਹੀ ਗੱਲ ਕਰਦੇ ਹਾਂ। ਰੀਸੈਂਟਲੀ ਨਿਊਜ਼ ਦੇ ਵਿੱਚ ਸੀ, ਇਸਨੇ ਕਾਰਬਨ ਜ਼ੀਰੋ ਐਮਿਸ਼ਨ ਦਾ ਟਾਰਗੇਟ 30 ਸਾਲ ਪਹਿਲੇ ਪੂਰਾ ਕੀਤਾ ਹੈ। 2050 ਦਾ ਟਾਰਗੇਟ ਹੈ ਕਾਰਬਨ ਐਮਿਸ਼ਨ ਨੂੰ ਖਤਮ ਕਰਨ ਦਾ, ਤਾਂ ਉਸ ਦੇ ਵਿੱਚੋਂ ਇਨਫੋਸਿਸ ਫਿਨੇਕਲ ਨੇ 2020 ਦੇ ਵਿੱਚ ਹੀ ਇਹ ਟਾਰਗੇਟ ਅਚੀਵ ਕਰ ਲਿਆ। ਇੰਡੀਅਨ ਕੰਪਨੀ ਹੈ ਔਰ ਇਸ ਨੂੰ ਮੰਗੋਲੀਆ ਦੇ ਜ਼ੈਕ ਬੈਂਕ ਦੁਆਰਾ ਸਿਲੈਕਟ ਕੀਤਾ ਗਿਆ ਡਿਜੀਟਲ ਟਰਾਂਸਫੋਰਮੇਸ਼ਨ ਦੇ ਲਈ। ਸਕੋਟਲੈਂਡ ਦੇ ਬਾਰੇ ਆਪਾਂ ਕੱਲ ਹੀ ਸ਼ਾਇਦ ਨਿਊਜ਼ ਡਿਸਕਸ ਕੀਤੀ ਸੀ ਕਿ ਇਹ ਫਰਸਟ ਹਾਈਡਰੋਜਨ ਬੱਸ ਸਕੋਟਲੈਂਡ ਦੇ ਵਿੱਚ ਚਲਾਈ ਗਈ ਹੈ, ਡਬਲ ਡੈਕਰ ਹਾਈਡਰੋਜਨ ਬੱਸ। ਦੂਸਰੀ, ਸਕੋਟਲੈਂਡ ਹੀ ਪਹਿਲੀ ਐਸੀ ਕੰਟਰੀ ਬਣੀ ਹੈ ਵਰਲਡ ਦੀ ਜਿਸ ਨੇ ਫ੍ਰੀ ਮੈਂਸੂਰੇਸ਼ਨਲ ਪ੍ਰੋਡਕਟਸ ਕੀਤੇ ਨੇ। ਮੈਂਸੂਰਲ ਪ੍ਰੋਡਕਟਸ ਨੇ ਜਿਹੜੇ ਵੂਮੈਨਸ ਦੇ ਲਈ ਮੈਂਸੂਰਲ ਪ੍ਰੋਡਕਟਸ ਹੁੰਦੇ ਨੇ ਜਿਹੜੇ, ਉਹਨਾਂ ਨੂੰ ਫ੍ਰੀ ਕੀਤਾ ਗਿਆ। ਠੀਕ ਹੈ, ਅਗਰ ਇੰਡੀਆ ਦੀ ਗੱਲ ਕਰਦੇ ਤਾਂ 1 ਰੁਪਏ ਦੇ ਵੀ ਦਿੱਤੇ ਜਾਂਦੇ ਨੇ, ਤਾਂ ਕੰਪਲੀਟਲੀ ਫ੍ਰੀ ਕਰਨ ਵਾਲੀ ਕਿਹੜੀ ਕੰਟਰੀ ਬਣੀ ਹੈ? ਸਕੋਟਲੈਂਡ। ਨੈਕਸਟ ਹੈ ਵਿਚ ਸਟੇਟ ਚੀਫ ਮਿਨਿਸਟਰ, ਕਿਹੜੀ ਸਟੇਟ ਦੇ ਚੀਫ ਮਿਨਿਸਟਰ ਦੁਆਰਾ ਜਗਨਨਾਥ ਥੋੜੂ ਸਕੀਮ ਲਾਂਚ ਕੀਤੀ ਗਈ ਵੈਜੀਟੇਬਲ ਟ੍ਰੇਡਰਸ ਦੇ ਲਈ। ਬੇਸਿਕਲੀ ਡਿਫਰੈਂਟ ਟ੍ਰੇਡਰਸ ਦੇ ਲਈ ਲਾਂਚ ਕੀਤੀ ਜਾ ਰਹੀ ਸਕੀਮਸ ਆਂਧਰਾ ਪ੍ਰਦੇਸ਼ ਦੁਆਰਾ। ਜਿਸ ਤਰੀਕੇ ਨਾਲ PM ਸਵਨਿਧੀ ਸਕੀਮ ਹੈ, ਉਸੇ ਤਰੀਕੇ ਨਾਲ ਇਹ ਸਕੀਮ ਇੱਕ ਲਾਂਚ ਕੀਤੀ ਗਈ ਹੈ ਜਗਨਨਾਥ ਥੋੜੂ ਸਕੀਮ, ਆਂਧਰਾ ਪ੍ਰਦੇਸ਼। ਜਿੱਥੇ ਵਰਡ ਜਗन्ना ਆ ਗਿਆ ਜਾਂ YSR ਆ ਗਿਆ, ਸਕੀਮ ਕਿੱਥੇ ਦੀ ਆ? ਉਹ ਆਂਧਰਾ ਪ੍ਰਦੇਸ਼ ਦੀ, ਯਾਦ ਰੱਖਣਾ। ਠੀਕ ਹੈ ਜੀ। ਜਿੱਥੇ ਵਰਡ ਮੋ ਆ ਗਿਆ, ਮੋ ਸਕੀਮ ਕਿੱਥੇ ਦੀ ਆਊਗੀ? ਆਪਣੀ ਉੜੀਸਾ ਦੀ, ਇਹ ਯਾਦ ਰੱਖਣੀਆਂ ਨੇ। ਤਾਂ ਆਂਧਰਾ ਪ੍ਰਦੇਸ਼ ਦੁਆਰਾ ਜਗन्नाथ ਥੋੜੂ ਸਕੀਮ ਨੂੰ ਲਾਂਚ ਕੀਤਾ ਗਿਆ। ਬਾਕੀ ਸਟੇਟ ਦੀ ਗੱਲ ਕਰਦੇ ਹਾਂ, ਡਿਫਰੈਂਟ ਨਿਊਜ਼ ਨੇ, ਨਿਊਜ਼ ਦੇ ਵਿੱਚ ਰਹੇ ਨੇ, ਡਿਸਕਸ ਕਰਾਂਗੇ। ਇਸ ਤੋਂ ਇਲਾਵਾ ਅੱਜ ਦੀ ਸਟੇਟ ਆਪਾਂ ਟਾਰਗੇਟ ਕਰਕੇ ਚੱਲ ਰਹੇ ਹਾਂ ਵੈਸਟ ਬੰਗਾਲ ਦੇ ਰਿਲੇਟਡ ਕੁਝ ਨਿਊਜ਼ ਡਿਸਕਸ ਕਰ ਲੈਂਦੇ ਹਾਂ। ਸਕੀਮਸ ਡਿਸਕਸ ਕਰਾਂਗੇ। ਬੇਸਿਕਲੀ ਛਾ ਸੁੰਦਰੀ ਸਕੀਮ ਵੈਸਟ ਬੰਗਾਲ ਦੀ, ਬੰਗਾਸ਼੍ਰੀ ਸਕੀਮ ਵੈਸਟ ਬੰਗਾਲ ਦੀ, ਸਨੇਹਰ ਪੋਰੋ ਸਕੀਮ ਵੈਸਟ ਬੰਗਾਲ ਦੀ, ਮਾਤ੍ਰੀ ਸਮ੍ਰਿਸ਼ਟੀ ਸਕੀਮ ਵੈਸਟ ਬੰਗਾਲ ਦੀ, ਪਤਾਸ਼੍ਰੀ ਸਕੀਮ ਵੈਸਟ ਬੰਗਾਲ। ਇਸ ਤੋਂ ਇਲਾਵਾ ਕਰਮ ਸਾਥੀ ਪ੍ਰਕਲਪ ਸਕੀਮ ਵੈਸਟ ਬੰਗਾਲ। ਸਵਾਸਥਯ ਸਾਥੀ, ਇਸ ਦੇ ਰਿਲੇਟਡ ਇੱਕ ਨਿਊਜ਼ ਹੈ, ਸਵਾਸਥਯ ਸਾਥੀ ਸਕੀਮ ਹੈ ਜਿਹੜੀ, ਇਸ ਨੂੰ ਐਕਸਪੈਂਡ ਕੀਤਾ ਗਿਆ, ਨਿਊਜ਼ ਡਿਸਕਸ ਕਰਾਂਗੇ। ਇਸ ਤੋਂ ਇਲਾਵਾ ਦੋ ਸਕੀਮਸ ਆਪਾਂ ਕੱਲ੍ਹ ਡਿਸਕਸ ਕੀਤੀਆਂ ਸੀ, ਇੱਕ ਤਾਂ ਵਰਕ ਇਜ਼ ਵਰਸ਼ਿਪ, ਇੱਕ ਦੁਆਰੇ ਕਿ ਵੈਸਟ ਬੰਗਾਲ ਗੌਰਮੈਂਟ ਇਜ਼ ਐਟ ਹੋਮ ਐਟ ਯੂਰ ਡੋਰ ਸਟੈਪ, ਸਮਥਿੰਗ ਇਸ ਤਰੀਕੇ ਦੀ ਸਕੀਮ ਸੀ। ਔਰ ਦੂਸਰੀ ਆਪਾਂ ਨੇ ਹੁਣ ਡਿਸਕਸ ਕੀਤੀ ਹੈ ਵਰਕ ਇਜ਼ ਵਰਸ਼ਿਪ। ਇਸ ਤੋਂ ਇਲਾਵਾ ਸਵਾਸਥਯ ਸਾਥੀ ਸਕੀਮ ਹੈ ਜਿਹੜੀ, ਇਸ ਨੂੰ ਐਕਸਪੈਂਡ ਕੀਤਾ ਗਿਆ, ਇਸ ਦੇ ਬਾਰੇ ਡਿਸਕਸ ਕਰਦੇ ਹਾਂ। ਵੈਸਟ ਬੰਗਾਲ ਦੁਆਰਾ ਹੀ ਕਰਮੋ ਭੂਮੀ ਪੋਰਟਲ ਵੀ ਲਾਂਚ ਕੀਤਾ ਗਿਆ ਸੀ। ਠੀਕ ਹੈ, ਇਹ ਵੀ ਨਿਊਜ਼ ਦੇ ਲਈ ਇੰਪੋਰਟੈਂਟ ਰਹਿੰਦਾ ਹੈ, ਉਹ ਸਾਰੇ ਯਾਦ ਰੱਖਣੀਆਂ ਨੇ। ਠੀਕ ਹੈ, ਪੁਰਾਣੀ ਨਿਊਜ਼ ਵੀ ਆਪਣੇ ਲਈ ਇੰਪੋਰਟੈਂਟ ਚੱਲਦੀਆਂ ਨੇ। 6 ਮਹੀਨਿਆਂ ਦੀ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਜਿੰਨੀ ਵੀ ਨਿਊਜ਼ ਆਪਾਂ ਡਿਸਕਸ ਕੀਤੀਆਂ ਨੇ ਸਾਰੀਆਂ ਆਪਣੇ ਲਈ ਇੰਪੋਰਟੈਂਟ ਬਣਨਗੀਆਂ। ਨੈਕਸਟ ਹੈ ਤਮਿਲਨਾਡੂ ਗੌਰਮੈਂਟ ਦੁਆਰਾ ਦੀ ਮੋਬਾਈਲ ਐਪਲੀਕੇਸ਼ਨ THEE ਦਾ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ਗਈ ਹੈ ਫਾਇਰ ਐਂਡ ਐਮਰਜੈਂਸੀ ਰੈਸਕਿਊ ਦੇ ਲਈ। MP ਦੀ ਗੱਲ ਕਰਦੇ ਹਾਂ, MP ਦੇ ਚੀਫ ਮਿਨਿਸਟਰ ਦੁਆਰਾ ਐਨਰਜੀ ਸਵਰਾਜ ਯਾਤਰਾ, ਭੋਪਾਲ ਦੇ ਵਿੱਚ ਐਨਰਜੀ ਸਵਰਾਜ ਯਾਤਰਾ ਲਾਂਚ ਕੀਤੀ ਗਈ ਹੈ। ਬੇਸਿਕਲੀ ਕੀ ਇੱਕ ਇਨੀਸ਼ੀਏਟਿਵ ਲਿਆ ਗਿਆ ਹੈ ਰੀਨਿਊਏਬਲ ਐਨਰਜੀ ਨੂੰ ਜ਼ਿਆਦਾ ਤੋਂ ਜ਼ਿਆਦਾ ਬਣਾਉਣ ਦੇ ਲਈ, ਰੀਨਿਊਏਬਲ ਐਨਰਜੀ ਤੋਂ ਜ਼ਿਆਦਾ ਸੋਲਰ ਐਨਰਜੀ ਨੂੰ ਇੰਕਰੀਜ਼ ਕੀਤਾ ਗਿਆ। ਠੀਕ ਹੈ ਜੀ, ਕੁਝ ਟਾਰਗੇਟਸ ਵਗੈਰਾ ਵੀ ਸੈਟਅਪ ਕੀਤੇ ਗਏ ਨੇ ਵੀ ਕਿ ਇੰਨੇ ਗੀਗਾਵਾਟ ਦੀ ਐਨਰਜੀ ਡਿਵੈਲਪ ਕਰਨੀ ਹੈ। ਉਹ ਆਪਣੇ ਲਈ ਇੰਪੋਰਟੈਂਟ ਨਹੀਂ ਬਣੇਗਾ, ਸਿੰਪਲੀ ਯਾਦ ਰੱਖਾਂਗੇ ਐਨਰਜੀ ਸਵਰਾਜ ਯਾਤਰਾ ਭੋਪਾਲ ਦੇ ਵਿੱਚ। ਇਸ ਤੋਂ ਇਲਾਵਾ ਇੱਕ ਨਾਮ ਇੰਪੋਰਟੈਂਟ ਬਣੇਗਾ ਡਾਕਟਰ ਚੇਤਨ ਸੋਲੰਕੀ। ਇਹਨਾਂ ਨੂੰ MP ਦੇ ਇਸ ਐਨਰਜੀ ਇਨੀਸ਼ੀਏਟਿਵ ਦਾ ਬ੍ਰਾਂਡ ਐਂਬੈਸਡਰ ਅਪਾਇੰਟ ਕੀਤਾ ਗਿਆ। ਡਾਕਟਰ ਚੇਤਨ ਸੋਲੰਕੀ ਨੂੰ ਅਪਾਇੰਟ ਕੀਤਾ ਗਿਆ ਬ੍ਰਾਂਡ ਐਂਬੈਸਡਰ MP ਦੇ ਇਸ ਐਨਰਜੀ ਇਨੀਸ਼ੀਏਟਿਵ ਦਾ। ਠੀਕ ਹੈ ਜੀ, ਯਾਦ ਰੱਖਣਾ। ਨੈਕਸਟ ਹੈ ਵੈਸਟ ਬੰਗਾਲ ਦੀ ਆਪਾਂ ਗੱਲ ਕੀਤੀ ਸੀ, ਤੇ ਜਿਹੜੀ ਸਵਾਸਥਯ ਸਾਥੀ ਹੈਲਥ ਇੰਸ਼ੋਰੈਂਸ ਸਕੀਮ ਹੈ, ਵੈਸਟ ਬੰਗਾਲ ਦੇ ਵਿੱਚ ਇਲੈਕਸ਼ਨਸ ਆਣੇ ਨੇ। ਜਿਸ ਤਰੀਕੇ ਨਾਲ ਹੁਣ ਬਿਹਾਰ ਦੇ ਵਿੱਚ ਇਲੈਕਸ਼ਨ ਸੀਗੇ ਕੰਡਕਟ ਕੀਤੇ ਗਏ, ਸਿਮਿਲਰ ਤਰੀਕੇ ਨਾਲ ਵੈਸਟ ਬੰਗਾਲ ਦੇ ਵਿੱਚ ਇਲੈਕਸ਼ਨਸ ਆਣੇ ਨੇ। ਤਾਂ ਇਲੈਕਸ਼ਨਸ ਕਰਕੇ ਹੀ ਡਿਫਰੈਂਟ ਸਕੀਮਸ ਲਾਂਚ ਕੀਤੀਆਂ ਜਾ ਰਹੀਆਂ ਨੇ। ਤਾਂ ਸਵਾਸਥਯ ਸਾਥੀ ਹੈਲਥ ਇੰਸ਼ੋਰੈਂਸ ਸਕੀਮ ਹੈ ਜਿਹੜੀ, ਇਸ ਸਕੀਮ ਦੇ ਅੰਡਰ ਪਹਿਲੇ ਕੁਝ ਪਾਰਟੀਕੂਲਰ ਕਮਿਊਨਿਟੀਜ਼ ਆਉਂਦੀਆਂ ਸੀਗੀਆਂ, ਹੁਣ ਇਸ ਸਕੀਮ ਨੂੰ ਹਰ ਇੱਕ ਦੇ ਲਈ ਲਾਂਚ ਕਰ ਦਿੱਤਾ ਗਿਆ। ਐਂਟਾਇਰ ਪਾਪੂਲੇਸ਼ਨ ਦੇ ਲਈ ਸਟੇਟ ਦੀ ਇਹ ਸਕੀਮ ਇੰਪਲੀਮੈਂਟ ਕੀਤੀ ਜਾਏਗੀ। ਨੈਕਸਟ ਹੈ ਮਹਾਰਾਸ਼ਟਰ ਦੀ ਗੱਲ ਕਰਦੇ ਹਾਂ।
12th ਐਨੀਵਰਸਰੀ ਸੀਗੀ 26/11 ਦੀ, ਆਪਾਂ ਡਿਸਕਸ ਕੀਤੀ ਸੀ 26 ਨਵੰਬਰ। ਤਾਂ ਮਹਾਰਾਸ਼ਟਰ ਚੀਫ ਮਿਨਿਸਟਰ ਉद्धਵ ਠਾਕਰੇ ਦੁਆਰਾ ਇੱਕ ਮਾਰਟੀਅਰਸ ਗੈਲਰੀ ਹੁਤਾਤਮਾ ਦਲਨ ਇਸ ਨੂੰ ਪੁਲਿਸ ਹੈੱਡਕੁਆਰਟਰਸ ਮੁੰਬਈ ਦੇ ਵਿੱਚ ਇਨੋਗਰੇਟ ਕੀਤਾ ਗਿਆ। ਨੈਕਸਟ ਹੈ ਵਿਚ ਸਟੇਟ ਔਰ यूटी ਕਿਹੜੀ ਸਟੇਟ ਜਾਂ यूटी ਦੁਆਰਾ ਦਾ ਲਾਰਜੈਸਟ ਸੋਲਰ ਪਾਵਰ ਪਲਾਂਟ ਪ੍ਰੋਵੀਜ਼ਨਸ ਆਫ ਪੋਲਰ ਫੋਟੋਵੋਲਟਿਕ ਪਾਵਰ ਪਲਾਂਟ PSPP ਦੇ ਨਾਮ ਤੋਂ ਵੀ ਜਾਣਿਆ ਜਾਏਗਾ, ਪ੍ਰੋਵੀਜ਼ਨਸ ਆਫ ਸੋਲਰ ਫੋਟੋਵੋਲਟਿਕ ਪਾਵਰ ਪਲਾਂਟ 1.5 ਮੈਗਾਵਾਟ ਦਾ ਇੱਕ ਪਾਵਰ ਪਲਾਂਟ ਲਗਾਇਆ ਗਿਆ। ਕਿੱਥੇ ਲਗਾਇਆ ਗਿਆ? ਲੇਹ ਦੇ ਵਿੱਚ। ਲੇਹ ਦੇਵੀ ਇੰਡੀਅਨ 에ਅਰ ਫੋਰਸ ਸਟੇਸ਼ਨ ਦੇ ਵਿੱਚ। ਇੰਡੀਅਨ 에ਅਰ ਫੋਰਸ ਸਟੇਸ਼ਨ ਇੰਡੀਅਨ 에ਅਰ ਫੋਰਸ ਸਟੇਸ਼ਨ ਲੇਹ ਲਦਾਖ ਦੇ ਵਿੱਚ ਇਸ ਨੂੰ ਲਗਾਇਆ ਗਿਆ। ਸੈਕਿੰਡ ਆਪਸ਼ਨ ਇੰਡੀਅਨ 에ਅਰ ਫੋਰਸ ਸਟੇਸ਼ਨ ਲੇਹ ਲਦਾਖ ਦੇ ਵਿੱਚ। ਠੀਕ ਹੈ ਜੀ। ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰਦੇ ਹਾਂ, ਇੱਕ ਨਿਊਜ਼ ਹੋਰ ਹੈ, ਦਿੱਲੀ ਦੇ ਰਿਲੇਟਡ ਨਿਊਜ਼ ਹੈ, ਉੱਤਰਾਖੰਡ ਦੇ ਰਿਲੇਟਡ ਨਿਊਜ਼ ਹੈ, ਡਿਸਕਸ ਕਰਦੇ ਹਾਂ। ਤਾਂ ਯਾਦ ਰੱਖਾਂਗੇ ਲੇਹ ਦੇ ਆਰ ਕੇ ਮਾਥੁਰ ਲੈਫਟੀਨੈਂਟ ਗਵਰਨਰ ਨੇ, ਔਰ ਜੰਮੂ ਐਂਡ ਕਸ਼ਮੀਰ ਦੀ ਗੱਲ ਕਰਦੇ ਹਾਂ ਮਨੋਜ ਸਿਨਹਾ ਲੈਫਟੀਨੈਂਟ ਗਵਰਨਰ ਨੇ। ਦਿੱਲੀ ਗੌਰਮੈਂਟ ਦੁਆਰਾ ਮਾਸਕ ਬੈਂਕ ਲਾਂਚ ਕੀਤਾ ਗਿਆ। ਇੱਕ ਇਨੀਸ਼ੀਏਟਿਵ ਲਾਂਚ ਕੀਤਾ ਗਿਆ ਮਾਸਕ ਬੈਂਕ ਦਾ, ਜਿੱਥੇ ਫ੍ਰੀ ਦੇ ਵਿੱਚ ਮਾਸਕ ਪ੍ਰੋਵਾਈਡ ਕੀਤੇ ਜਾਣਗੇ, ਔਰ ਜਿਨ੍ਹਾਂ ਨੇ ਡੋਨੇਟ ਕਰਨੇ ਨੇ ਉਹ ਡੋਨੇਟ ਵੀ ਕਰ ਸਕਦੇ ਨੇ ਉੱਥੇ। ਤਾਂ ਮਾਸਕ ਬੈਂਕ ਸਦਰ ਬਾਜ਼ਾਰ ਦੇ ਵਿੱਚ ਦਿੱਲੀ ਪੁਲਿਸ ਦੀ ਹੈਲਪ ਦੇ ਨਾਲ ਲਾਂਚ ਕੀਤਾ ਗਿਆ। ਠੀਕ ਹੈ ਜੀ। ਉੱਤਰਾਖੰਡ ਦੀ ਗੱਲ ਕਰਦੇ ਹਾਂ, ਇਨਵਾਇਰਨਮੈਂਟ ਮਿਨਿਸਟਰੀ ਪ੍ਰਕਾਸ਼ ਜਾਵੇਦਕਰ ਦੇ ਲਵੇ ਹੈ। ਪ੍ਰਕਾਸ਼ ਜਾਵੇਦਕਰ ਦੀ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਰਾਜ ਸਭਾ MP ਨੇ ਮਹਾਰਾਸ਼ਟਰ ਤੋਂ। ਇਸ ਤੋਂ ਇਲਾਵਾ ਇਹਨਾਂ ਲਵੇ ਇਨਫੋਰਮੇਸ਼ਨ ਬ੍ਰੋਡਕਾਸਟਿੰਗ ਮਿਨਿਸਟਰੀ ਵੀ ਹੈ, ਔਰ ਹੈਵੀ ਇੰਡਸਟਰੀਜ਼ ਮਿਨਿਸਟਰੀ ਵੀ ਹੈ। ਤਾਂ ਇਹਨਾਂ ਦੁਆਰਾ ਅਪਰੂਵਲ ਦਿੱਤੀ ਗਈ ਹੈ ਸੌਂਗ ਡੈਮ ਡਰਿੰਕਿੰਗ ਵਾਟਰ ਪ੍ਰੋਜੈਕਟ ਨੂੰ। ਜਿਹੜੀ ਆਪਾਂ ਗੱਲ ਕੀਤੀ ਸੀ ਹਰ ਘਰ ਜਲ ਦੀ, ਜਾਂ ਹੁਣੇ ਆਪਾਂ ਡਿਸਕਸ ਕੀਤਾ ਸੀ ਅਫਗਾਨਿਸਤਾਨ ਦੇ ਬਾਰੇ। ਅਫਗਾਨਿਸਤਾਨ ਦੇ ਵਿੱਚ ਇੱਕ ਡੈਮ ਲਗਾਇਆ ਜਾ ਰਿਹਾ ਹੈ, ਪ੍ਰੋਜੈਕਟ ਲਗਾਇਆ ਜਾ ਰਿਹਾ ਹੈ, ਕਿਸ ਦੇ ਲਈ? ਹਰ ਘਰ ਡਰਿੰਕਿੰਗ ਦੇ ਲਈ, ਡਰਿੰਕਿੰਗ ਵਾਟਰ ਸਪਲਾਈ ਦੇ ਲਈ। ਸਿਮਿਲਰ ਤਰੀਕੇ ਨਾਲ ਇੰਡੀਆ ਦੀ ਹਰ ਘਰ ਜਲ ਪ੍ਰੋਵਾਈਡ ਕਰਨ ਵਾਲੀ ਸਟੇਟ ਕਿਹੜੀ ਹੈ? ਗੋਆ। ਟਾਰਗੇਟ ਕਿੰਨਾ ਹੈ? 2022। ਤਾਂ ਉसी ਦੇ ਟਾਰਗੇਟ ਦੇ ਅੰਡਰ ਹੀ ਸੌਂਗ ਡੈਮ ਡਰਿੰਕਿੰਗ ਵਾਟਰ ਪ੍ਰੋਜੈਕਟ ਲਗਾਇਆ ਜਾ ਰਿਹਾ। ਬੇਸਿਕਲੀ ਸੌਂਗ ਰੀਵਰ ਦੇ ਉੱਤੇ ਹੈ, ਇਸ ਨੂੰ ਐਕਸਪੈਂਡ ਕੀਤਾ ਜਾਏਗਾ। ਦੇਹਰਾਦੂਨ ਉੱਤਰਾਖੰਡ ਦੇ ਵਿੱਚ ਹੈ। ਰੀਵਰ ਸੌਂਗ ਔਰ ਰਿਸਪਾਨਾ ਰੀਵਰ ਨੂੰ ਰੀਜਨਰੇਟ ਕੀਤਾ ਜਾਏਗਾ, ਔਰ ਸੌਂਗ ਔਰ ਰਿਸਪਾਨਾ ਰੀਵਰ ਦੀ ਹੈਲਪ ਦੇ ਨਾਲ ਸੌਂਗ ਡੈਮ ਡਰਿੰਕਿੰਗ ਵਾਟਰ ਪ੍ਰੋਜੈਕਟ ਦੇ ਅੰਡਰ ਡਿਫਰੈਂਟ ਜਿਹੜੇ ਵਿਲੇजेस ਨੇ ਉਹਨਾਂ ਨੂੰ ਡਰਿੰਕਿੰਗ ਵਾਟਰ ਸਪਲਾਈ ਪ੍ਰੋਵਾਈਡ ਕੀਤੀ ਜਾਏਗੀ। ਠੀਕ ਹੈ ਜੀ, ਯਾਦ ਰੱਖਣਾ। ਅੱਜ ਦੇ ਲਈ ਬਸ ਇੰਨਾ ਹੀ। ਆਈ ਹੋਪ ਤੁਹਾਨੂੰ ਸੈਸ਼ਨ ਪਸੰਦ ਆਇਆ ਹੋਵੇਗਾ। ਸੈਸ਼ਨ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਦੇ ਰਹੋ ਕਾਈਂਡਲੀ ਆਪਣੇ ਫਰੈਂਡਸ ਦੇ ਨਾਲ। ਥੈਂਕ ਯੂ ਫॉर ਵਾਚਿੰਗ ਦ ਸੈਸ਼ਨ। ਗੁੱਡ ਬਾਏ।